ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਮੈਂ ਹਰਸ਼ਰਨ ਕੌਰ। ਅੱਜ 10 ਅਗਸਤ ਹੈ, ਦਿਨ ਮੰਗਲਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਅੱਜ ਦੀਆਂ ਵੱਡੀਆਂ ਤੇ ਖਾਸ ਖਬਰਾਂ ਦੱਸ ਦਿੰਦੇ ਹਾਂ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਅੱਜ ਸ਼ਾਇਦ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਨੂੰ ਮਿਲ ਸਕਦੇ ਨੇ ਆਪਣੀ ਕੈਬਨਿਟ ਦੇ ਫੇਰ ਬਦਲ ਦੇ ਲਈ, ਪਰ ਦੂਸਰੇ ਪਾਸੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਇੱਕ ਝਟਕਾ ਦੇ ਦਿੱਤਾ ਹੈ ਕੈਪਟਨ ਦੀ ਸਰਕਾਰ ਨੇ। ਕੈਪਟਨ ਸਾਹਿਬ ਨੇ ਦਲਿਤਾਂ ਦੇ ਬਿਜਲੀ ਮਾਫੀ ਵਾਲੇ 200 ਯੂਨਿਟਾਂ ਦੇ ਪੁਰਾਣੇ 137 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦੇਣ ਤੋਂ ਹੱਥ ਖੜੇ ਕਰ ਦਿੱਤੇ ਨੇ, ਜਿਹਦੇ ਨਾਲ ਹੁਣ ਸੂਬੇ ਦੇ 4,37,000 ਖਪਤਕਾਰ ਮੁਸ਼ਕਿਲ ਹਾਲਾਤਾਂ ਵਿੱਚ ਫਸ ਜਾਣਗੇ। ਦਰਅਸਲ 31 ਮਾਰਚ 2016 ਤੱਕ ਦਾ ਇਹਨਾਂ ਗਰੀਬ ਪਰਿਵਾਰਾਂ ਦੇ ਵੱਲੋਂ ਮੁਫਤ ਬਿਜਲੀ ਯੂਨਿਟਾਂ ਦਾ ਕਰੀਬ 137 ਕਰੋੜ 56 ਲੱਖ ਦਾ ਬਕਾਇਆ ਬਣਦਾ ਹੈ ਤੇ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਲਿਖ ਕੇ ਚਿੱਠੀ ਕਹਿ ਦਿੱਤਾ ਹੈ ਕਿ ਪੁਰਾਣੇ ਬਕਾਇਆਂ ਦੀ ਵਸੂਲੀ ਕਿਸ਼ਤਾਂ ਦੇ ਵਿੱਚ ਖਪਤਕਾਰਾਂ ਤੋਂ ਕਰ ਲਈ ਜਾਵੇ ਜਾਂ ਫਿਰ ਪਾਵਰਕਾਮ ਆਪਣੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਦੇ ਵਿੱਚ ਮਤਾ ਪਾਸ ਕਰਕੇ ਪੁਰਾਣੇ 137 ਕਰੋੜ ਦੇ ਬਕਾਏ ਨੂੰ ਵੱਟੇ ਖਾਤੇ ਪਾ ਦੇਵੇ। ਪਾਵਰਕਾਮ ਨੇ ਜਵਾਬ 'ਚ ਪੰਜਾਬ ਸਰਕਾਰ ਨੂੰ 8 ਜੁਲਾਈ ਨੂੰ ਚਿੱਠੀ ਲਿਖ ਕੇ ਇਸ ਤੋਂ ਅਸਮਰੱਥਾ ਜ਼ਾਹਿਰ ਕਰ ਦਿੱਤੀ ਹੈ ਤੇ ਹੁਣ ਮੋਤੀਆਂ ਵਾਲੀ ਸਰਕਾਰ ਨੇ ਵੀ ਉਹੀ ਕੀਤਾ ਹੈ, ਪਾਵਰਕਾਮ ਤੇ ਮੁੜ ਗਾਜ ਸੁੱਟ ਦਿੱਤੀ ਹੈ। ਤੇ ਇਹ ਵੀ ਪਤਾ ਲੱਗਿਆ ਕਿ ਪਾਵਰਕਾਮ ਦੇ ਤਤਕਾਲੀ CMD ਨੇ ਉਦੋਂ ਗਰੀਬ ਪਰਿਵਾਰਾਂ ਨੂੰ ਮੁਫਤ ਬਿਜਲੀ ਯੂਨਿਟ ਦੇ ਫੈਸਲੇ ਬਾਰੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਤੋਂ ਪ੍ਰਵਾਨਗੀ ਨਹੀਂ ਲਈ ਸੀ, ਜਿਸ ਕਰਕੇ ਪੰਜਾਬ ਸਰਕਾਰ ਹੁਣ ਬਕਾਇਆ ਦੇਣ ਤੋਂ ਅਸਮਰੱਥਾ ਪ੍ਰਗਟਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੇ ਵਿੱਚ ਸ਼ਹੀਦ ਸੁਖਦੇਵ ਦੇ ਜੱਦੀ ਘਰ ਦੀ ਸਾਂਭ ਸੰਭਾਲ ਦੇ ਹੁਕਮ ਆਖਿਰਕਾਰ ਦੇ ਹੀ ਦਿੱਤੇ ਨੇ। ਕੱਲ ਕਿਸਾਨਾਂ ਦੀ ਸੰਸਦ ਦਾ ਆਖਰੀ ਦਿਨ ਸੀ ਤੇ ਅਖੀਰਲੇ ਦਿਨ ਬੀਬੀਆਂ ਨੇ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਪਾਸ ਕੀਤਾ। ਕਿਸਾਨ ਬੀਬੀਆਂ ਨੇ ਖਾਸ ਸੈਸ਼ਨ ਦੇ ਵਿੱਚ ਕਾਰਪੋਰੇਟੋ ਖੇਤੀ ਛੱਡੋ ਮੋਦੀ ਗੱਦੀ ਛੱਡੋ ਦਾ ਨਾਰਾ ਬੁਲੰਦ ਕੀਤਾ। ਕੱਲ ਦੀ ਸੰਸਦ ਦੇ ਵਿੱਚ 90 ਮਹਿਲਾ ਕਿਸਾਨ ਲੀਡਰਾਂ ਨੇ ਆਪਣੇ ਵਿਚਾਰ ਰੱਖੇ ਤੇ ਅਖੀਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਸਦਨ ਦੇ ਸਾਹਮਣੇ ਬੇਭਰੋਸਗੀ ਦੇ ਮਤੇ ਲਈ ਸਮਰਥਨ ਮੰਗਿਆ, ਜਿਸ ਨੂੰ ਸਾਰੇ ਮੈਂਬਰਾਂ ਨੇ ਇੱਕ ਸੁਰ 'ਚ ਪਾਸ ਕਰ ਦਿੱਤਾ। ਘੱਟੋ-ਘੱਟ ਸਮਰਥਨ ਮੁੱਲ ਸੰਬੰਧੀ 5 ਜੁਲਾਈ ਨੂੰ ਪਾਸ ਕੀਤੇ ਮਤੇ ਵਿੱਚ ਵੀ ਹਾਊਸ ਨੇ ਸਰਬਸੰਮਤੀ ਨਾਲ ਕੁਝ ਨਵੇਂ ਸੁਝਾਅ ਪਾਸ ਕੀਤੇ। ਸਦਨ ਨੇ ਕਿਸਾਨ ਸੰਸਦ ਦੀ ਕਾਰਵਾਈ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਸਰਕਾਰ ਦੇ ਜਿਹੜੇ ਸੰਸਦ ਦੀ ਕਾਰਵਾਈ ਹੈ ਉਹ ਲਗਾਤਾਰ ਚੱਲ ਰਹੀ ਹੈ, 13 ਅਗਸਤ ਤੱਕ ਜਾਰੀ ਰਹੇਗੀ ਤੇ ਹੰਗਾਮੇ ਦੌਰਾਨ ਸੰਸਦ ਨੇ ਬਿੱਲ ਪਾਸ ਕਰਵਾ ਦਿੱਤੇ ਨੇ। ਵਿਰੋਧੀ ਧਿਰ ਨੇ ਵਾਕਆਊਟ ਕੀਤਾ ਹੈ। ਉਧਰ ਲੁਧਿਆਣਾ ਸ਼ਹਿਰ ਦੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਸਨਅਤਕਾਰਾਂ ਨੇ ਯਾਨੀ ਕਿ ਵਪਾਰੀਆਂ ਨੇ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਮ ਭਾਰਤੀ ਆਰਥਿਕ ਪਾਰਟੀ ਰੱਖਿਆ ਗਿਆ ਤੇ ਇਹਨਾਂ ਵਪਾਰੀਆਂ ਨੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਦੇ ਵਿੱਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਚੋਣ ਲੜਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਦਾ ਚਿਹਰਾ ਵੀ ਚੜੂਨੀ ਨੂੰ ਚੁਣਿਆ ਗਿਆ। ਸਨਅਤਕਾਰ ਤਰੁਣ ਜੈਨ ਬਾਵਾ ਨੂੰ ਕੌਮੀ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਚੜੂਨੀ ਨੇ ਕਿਹਾ ਕਿ ਮਿਸ਼ਨ 2022 ਦਾ ਮਤਲਬ ਲੰਬੇ ਸਮੇਂ ਤੋਂ ਰਾਜ ਕਰ ਰਹੀਆਂ ਪਾਰਟੀਆਂ ਤੋਂ ਰਾਜ ਖੋਣਾ ਹੈ ਤੇ ਆਮ ਲੋਕ ਰਾਜਨੀਤੀ ਵਿੱਚ ਤਾਂ ਕਿ ਅੱਗੇ ਆ ਸਕਣ। ਵਪਾਰੀਆਂ ਨੇ ਇਹ ਵੀ ਐਲਾਨ ਕੀਤਾ ਕਿ ਪਹਿਲਾਂ ਪੰਜਾਬ ਦੇ ਵਿੱਚ ਚੋਣਾਂ ਲੜਾਂਗੇ, ਇਸ ਤੋਂ ਬਾਅਦ ਹਿਮਾਚਲ, ਹਰਿਆਣਾ ਤੇ ਯੂਪੀ ਸਮੇਤ 2024 ਦੇ ਵਿੱਚ ਲੋਕ ਸਭਾ ਚੋਣਾਂ ਵੱਲ ਰੁਖ ਕਰਾਂਗੇ। ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਮੈਂ ਨਹੀਂ ਛੱਡਿਆ, ਸਿਰਫ ਬੈਠਕਾਂ ਦਾ ਬਾਈਕਾਟ ਕੀਤਾ ਹੈ ਤੇ ਪੰਜਾਬ ਦੇ ਵਿੱਚ ਨਵੰਬਰ ਤੱਕ ਜ਼ਿਲ੍ਹਾ ਪੱਧਰੀ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ। ਬਨੂੜ ਦੇ ਵਿੱਚ SHO ਬਲਵਿੰਦਰ ਸਿੰਘ ਦੇ ਵੱਲੋਂ ਕਿਸਾਨਾਂ ਦੇ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਨੂੰ ਲੈ ਕੇ ਕੱਲ ਕਿਸਾਨਾਂ ਨੇ ਮੁਜ਼ਾਹਰਾ ਕੀਤਾ। ਥਾਣਾ ਮੁਖੀ ਦੀ ਦਰਅਸਲ ਇੱਕ ਕਲਿੱਪ ਵਾਇਰਲ ਹੋਈ, ਜਿਸ ਤੋਂ ਬਾਅਦ ਕਿਸਾਨਾਂ ਨੇ ਥਾਣਾ ਮੁਖੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦਰਅਸਲ ਲੰਘੇ ਦਿਨੀ 8 ਵਜੇ 5 ਦਰਜਨ ਤੋਂ ਵੱਧ ਕਿਸਾਨ ਬਨੂੜ ਦੇ ਖੇਡ ਸਟੇਡੀਅਮ ਵਿੱਚ ਆ ਰਹੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਖਿਲਾਫ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸੀ। ਸ਼ਾਂਤਮਈ ਢੰਗ ਨਾਲ ਸਟੇਡੀਅਮ ਦੇ ਬਾਹਰ ਸੜਕ ਦੇ ਡਿਵਾਈਡਰ ਤੇ ਖੜੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਸੀ ਕਿ ਥਾਣਾ ਮੁਖੀ ਨੇ ਉਹਨਾਂ ਨੂੰ ਸੜਕ ਦੇ ਦੂਸਰੇ ਪਾਸੇ ਜਾ ਕੇ ਮੁਜ਼ਾਹਰਾ ਕਰਨ ਦੇ ਲਈ ਕਥਿਤ ਤੌਰ ਤੇ ਦਬਾਅ ਪਾਇਆ। ਉਸ ਵਕਤ ਥਾਣਾ ਮੁਖੀ ਨੇ ਕਿਸਾਨਾਂ ਦੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪੁਲਿਸ ਅਧਿਕਾਰੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੁੱਖ ਮੰਤਰੀ ਤੋਂ ਥਾਣਾ ਮੁਖੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ, ਜਦਕਿ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਪਟਵਾਰੀਆਂ ਦੀ ਅਸਾਮੀ ਲਈ ਪੇਪਰ ਕਰਕੇ ਸੜਕ ਤੇ ਭੀੜ ਸੀ। ਕਿਸਾਨ ਸੜਕ ਜਾਮ ਕਰਨਾ ਚਾਹੁੰਦੇ ਸੀ, ਉਹ ਕਿਸਾਨਾਂ ਨੂੰ ਸੜਕ ਤੇ ਆਉਣ ਤੋਂ ਰੋਕ ਰਹੇ ਸੀ। ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਪੁਲਿਸ ਵਾਲੇ ਨੇ ਤੇ ਪਟਵਾਰੀਆਂ ਦੇ ਪੇਪਰ ਵਾਲੇ ਦਿਨ ਜੋ ਪੰਜਾਬ ਦੀਆਂ ਵੱਖ-ਵੱਖ ਥਾਵਾਂ ਸਮੇਤ ਚੰਡੀਗੜ੍ਹ ਦੇ ਵਿੱਚ ਸਿੱਖ ਵਿਦਿਆਰਥੀਆਂ ਤੋਂ ਕਾਰ ਉਤਰਵਾਉਣ ਵਾਲੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਨੇ, ਉਸ ਨੂੰ ਲੈ ਕੇ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਂਚ ਕਮੇਟੀ ਬਣਾ ਦਿੱਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿੰਨੇ ਵੀ ਪੀੜਿਤ ਗੁਰਸਿੱਖ ਬੱਚੇ ਹੈਗੇ ਨੇ ਉਹ ਸਾਡੇ ਤੱਕ ਪਹੁੰਚ ਕਰਨ ਤਾਂ ਕਿ ਅਸੀਂ ਜਾਂਚ ਕਮੇਟੀ ਹੈ ਜਿਹੜੀ ਉਹ ਜਾਂਚ ਕਰ ਸਕੇ ਪੂਰੇ ਮਾਮਲੇ ਦੀ। ਸੁਖਬੀਰ ਬਾਦਲ ਨੇ ਕਾਂਗਰਸ ਤੇ ਗੈਂਗਸਟਰਾਂ ਨੂੰ ਖੁੱਲ੍ਹ ਦੇਣ ਦਾ ਦੋਸ਼ ਲਾਉਂਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਖਾਸ ਤੌਰ ਤੇ ਖਿੱਚਿਆ ਹੈ। ਰੰਧਾਵਾ ਨੇ ਵੀ ਜਵਾਬ ਦਿੰਦਿਆਂ ਕਿਹਾ ਕਿ ਸੁਖਬੀਰ ਨੂੰ ਰੰਧਾਵਾ ਫੋਬੀਆ ਹੋ ਗਿਆ।
ਮਿੱਡੂ ਖੇੜਾ ਕੇਸ ਦੇ ਵਿੱਚ ਸੁਖਬੀਰ ਨੇ ਇਹ ਇਲਜ਼ਾਮ ਲਾਇਆ ਹੈ ਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸੁਖਪ੍ਰੀਤ ਬੁੱਢਾ ਤੇ ਅਮਨ ਜੈਤੋ ਤੋਂ ਪੁਲਿਸ ਨੇ ਪੁੱਛ ਪੜਤਾਲ ਕੀਤੀ ਹੈ। ਵੱਖ-ਵੱਖ ਜੇਲ੍ਹਾਂ 'ਚ ਬੰਦ ਦੋਵਾਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਮੁਹਾਲੀ ਲਿਆਂਦਾ ਗਿਆ। ਪੰਜਾਬ ਦੇ ਪਟਵਾਰ ਖਾਨਿਆਂ ਤੇ ਜਿੰਦਰੇ ਲਟਕ ਰਹੇ ਨੇ ਕਿਉਂਕਿ ਪਟਵਾਰੀ ਨੇ ਜਿਹੜੇ ਸਾਰੇ ਉਹ 4 ਦਿਨਾਂ ਦੀ ਛੁੱਟੀ ਤੇ ਚਲੇ ਗਏ ਨੇ। 13 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣ ਦਾ ਪਟਵਾਰੀਆਂ ਨੇ ਐਲਾਨ ਕੀਤਾ। ਪਟਵਾਰੀਆਂ ਦੀਆਂ ਮੁੱਖ ਮੰਗਾਂ ਦੇ ਵਿੱਚ 3000 ਨਵੇਂ ਪਟਵਾਰੀਆਂ ਦੀ ਭਰਤੀ, ਨਵੀਂ ਭਰਤੀ ਪਟਵਾਰੀਆਂ ਦੀ ਟ੍ਰੇਨਿੰਗ ਦਾ ਸਮਾਂ ਪ੍ਰੋਬੇਸ਼ਨ ਸਮੇਂ ਵਿੱਚ ਸ਼ਾਮਿਲ ਕਰਨਾ, ਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਨਾ, ਪਟਵਾਰੀਆਂ ਦੀ ਅਸਾਮੀ ਨੂੰ ਟੈਕਨੀਕਲ ਅਸਾਮੀ ਐਲਾਨਣਾ, 7 ਪਟਵਾਰੀਆਂ ਪਿੱਛੇ ਇੱਕ ਕਾਨੂੰਗੋ ਨਿਯੁਕਤ ਕਰਨਾ, ਡੀਏ ਦੀਆਂ ਬਕਾਈਆਂ ਕਿਸ਼ਤਾਂ ਨੂੰ ਛੇਤੀ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਹੋਰ ਮੰਗਾਂ ਦਾ ਤੁਰੰਤ ਨਿਪਟਾਰਾ ਕਰਨਾ ਹੈ। ਨਸ਼ਾ ਤਸਕਰੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਮੁੜ ਆਪਣੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਕੈਪਟਨ ਸਰਕਾਰ ਨੂੰ ਸੁਨੇਹਾ ਲਾਇਆ ਟਵਿੱਟਰ ਦੇ ਰਾਹੀਂ ਫੇਰ ਤੋਂ, ਤੇ ਇਹ ਵੀ ਦਾਅਵਾ ਕੀਤਾ ਹੈ ਕਿ ਵਿਕਰਮ ਮਜੀਠੀਆ ਵਾਲੀ ਰਿਪੋਰਟ ਜਨਤਕ ਨਾ ਕੀਤੀ ਤਾਂ ਵਿਧਾਨ ਸਭਾ 'ਚ ਮਤਾ ਲੈ ਕੇ ਆਵਾਂਗੇ। ਓਲੰਪਿਕਸ ਦੇ ਵਿੱਚ ਝੰਡੇ ਗੱਡਣ ਤੋਂ ਬਾਅਦ ਭਾਰਤੀ ਖਿਡਾਰੀ ਮੁੜ ਮੁਲਕ ਪਰਤ ਆਏ ਨੇ ਤੇ ਇਤਿਹਾਸ ਸਿਰਜਣ ਵਾਲਿਆਂ ਦਾ ਮੁਲਕ ਦੇ ਵਿੱਚ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਸਰਕਾਰ ਨੇ ਜਿੱਥੇ ਖਿਡਾਰੀਆਂ ਦੇ ਗਰਮਜੋਸ਼ੀ ਨਾਲ ਸਵਾਗਤ ਦੇ ਲਈ ਇੱਕ ਪ੍ਰੋਗਰਾਮ ਰੱਖਿਆ, ਉੱਥੇ ਹਵਾਈ ਅੱਡੇ ਤੋਂ ਲੈ ਕੇ ਸਮਾਗਮ ਵਾਲੀ ਥਾਂ ਤੇ ਪਹੁੰਚਣ ਤੱਕ ਖਿਡਾਰੀਆਂ ਦੇ ਨਾਲ ਜਿਹੜੇ ਪ੍ਰਸ਼ੰਸਕ ਨੇ ਉਹ ਬਹੁਤ ਹੀ ਗਰਮਜੋਸ਼ੀ ਦੇ ਨਾਲ ਸਵਾਗਤ ਕਰਦੇ ਦੇਖੇ ਗਏ। ਜੇਤੂਆਂ ਦੇ ਲਈ ਲੋਕਾਂ ਨੇ, ਪ੍ਰਸ਼ੰਸਕਾਂ ਨੇ ਪਲਕਾਂ ਵਿਛਾ ਦਿੱਤੀਆਂ ਸੀ। ਆਪਣੇ ਨਾਇਕਾਂ ਦੀ ਇੱਕ ਝਲਕ ਪਾਉਣ ਦੇ ਲਈ ਲੋਕ ਪੱਬਾਂ ਭਾਰ ਹੋਏ ਰਹੇ। ਤੇ ਰਾਹੁਲ ਗਾਂਧੀ ਨੇ ਕਿਹਾ ਕਿ ਫੋਨ ਕਾਲਾਂ ਤਾਂ ਬਹੁਤ ਹੋ ਗਈਆਂ ਮੋਦੀ ਜੀ, ਹੁਣ ਖਿਡਾਰੀਆਂ ਨੂੰ ਵਾਅਦਿਆਂ ਮੁਤਾਬਿਕ ਇਨਾਮ ਤੁਰੰਤ ਦਿੱਤੇ ਜਾਣ। ਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਵੀ ਕਰੋਨਾ ਵਾਇਰਸ ਮਹਾਮਾਰੀ ਨਾਲ ਜੁੜੀਆਂ ਸਮੱਸਿਆਵਾਂ ਦੇ ਬਾਵਜੂਦ ਸਫਲ ਓਲੰਪਿਕਸ ਦੇ ਲਈ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ, ਕਿਉਂਕਿ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਇਸ ਵਾਰੀ ਇਹ ਖੇਡਾਂ ਹੋਈਆਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੀਆਂ ਖਬਰਾਂ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹਨਾਂ ਖਿਡਾਰੀਆਂ ਦੀ ਜਿਹੜੇ ਕਿ ਓਲੰਪਿਕਸ ਦੇ ਵਿੱਚ ਨਾਮਣਾ ਖੱਟ ਕੇ ਆਏ ਨੇ। ਓਲੰਪਿਕਸ ਦੀਆਂ ਖੇਡਾਂ ਐਤਵਾਰ ਨੂੰ ਸਮਾਪਤ ਹੋ ਗਈਆਂ ਤੇ ਭਾਰਤੀ ਖਿਡਾਰੀ ਸੋਮਵਾਰ ਨੂੰ ਮੁਲਕ ਪਹੁੰਚ ਚੁੱਕੇ ਨੇ। ਟੋਕੀਓ ਓਲੰਪਿਕਸ ਤੋਂ ਵਾਪਸ ਦੇਸ਼ ਭਰ ਦੇ ਖਿਡਾਰੀਆਂ ਤੇ ਤਗਮਾ ਜੇਤੂਆਂ ਦੇ ਲਈ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਦੇ ਵਿੱਚ ਸਨਮਾਨ ਸਮਾਰੋਹ ਰੱਖਿਆ ਗਿਆ। ਸਨਮਾਨ ਸਮਾਗਮ ਖੇਡ ਮੰਤਰਾਲੇ ਤੇ ਸਾਈ ਦੇ ਵੱਲੋਂ ਸਾਂਝੇ ਤੌਰ ਤੇ ਵਿਉਂਤਿਆ ਗਿਆ। ਪੁਰਸ਼ ਹਾਕੀ ਟੀਮ ਸੋਮਵਾਰ ਨੂੰ 3:45 ਵਜੇ ਦੇ ਕਰੀਬ ਸ਼ਾਮ ਨੂੰ ਪਹੁੰਚੀ ਏਅਰਪੋਰਟ ਤੇ, ਜਦਕਿ ਸੋਨ ਤਗਮਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਸ਼ਾਮੀ 5 ਵਜੇ ਦੇ ਕਰੀਬ ਭਾਰਤ ਪਹੁੰਚੇ। ਸਨਮਾਨ ਸਮਾਗਮ 6:30 ਵਜੇ ਦੇ ਕਰੀਬ ਹੋਇਆ। ਟੋਕੀਓ ਓਲੰਪਿਕਸ ਦੇ ਵਿੱਚ ਦੇਸ਼ ਦਾ ਨਾਮ ਰੁਸ਼ਨਾ ਕੇ ਵਾਪਸ ਪਰਤੇ ਖਿਡਾਰੀਆਂ ਦਾ ਦਿੱਲੀ ਏਅਰਪੋਰਟ ਤੇ ਬੜਾ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ। ਖਿਡਾਰੀਆਂ ਦੇ ਸਵਾਗਤ ਲਈ ਦਿੱਲੀ ਏਅਰਪੋਰਟ ਤੇ ਬੈਂਡ ਵਾਜੇ ਵੀ ਵਜਾਏ ਗਏ। ਵੱਡੀ ਗਿਣਤੀ ਵਿੱਚ ਲੋਕ ਵੀ ਇਹਨਾਂ ਖਿਡਾਰੀਆਂ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਹੋਏ ਸੀ। ਓਲੰਪਿਕਸ ਦੇ ਵਿੱਚ ਤਗਮਾ ਜਿੱਤਣਾ ਇੱਕ ਖਿਡਾਰੀ ਦੇ ਲਈ ਬਹੁਤ ਹੀ ਖਾਸ ਹੁੰਦਾ ਹੈ। ਜਿਵੇਂ ਮਾਣ, ਪ੍ਰਾਪਤੀ ਦੀ ਭਾਵਨਾ ਤੇ ਪ੍ਰਸਿੱਧੀ ਤਾਂ ਬਿਲਕੁਲ ਹੁੰਦੀ ਹੀ ਹੈ, ਤੇ ਇੱਕ ਦਿਲਚਸਪ ਗੱਲ ਇਹ ਹੈ ਕਿ ਕੌਮਾਂਤਰੀ ਓਲੰਪਿਕਸ ਕਮੇਟੀ ਕਿਸੇ ਵੀ ਖਿਡਾਰੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੇ ਲਈ ਕੋਈ ਵੀ ਮਿਹਨਤਾਨਾ ਨਹੀਂ ਦਿੰਦੀ, ਨਾ ਹੀ ਤਗਮਾ ਜੇਤੂਆਂ ਨੂੰ ਕੋਈ ਭੁਗਤਾਨ ਕੀਤਾ ਜਾਂਦਾ ਹੈ। ਫਿਰ ਵੀ ਦੇਖਿਆ ਜਾਵੇ ਤਾਂ ਮੁਲਕ ਆਪਣੇ ਓਲੰਪਿਕਸ ਦੇ ਵਿੱਚ ਤਗਮੇ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਚੰਗਾ ਮਾਣ ਸਨਮਾਨ ਕਰਦੇ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਿਨਾਂ ਸ਼ੱਕ ਪੈਸੇ ਦੀ ਸ਼ਕਲ ਦੇ ਵਿੱਚ ਹੀ ਹੁੰਦਾ ਹੈ। ਨੀਰਜ ਚੋਪੜਾ ਦੀ ਗੱਲ ਕਰ ਲਈਏ ਤਾਂ ਕੁਝ ਮਿੰਟਾਂ ਦੇ ਵਿੱਚ ਨੀਰਜ ਚੋਪੜਾ ਕਰੋੜਪਤੀ ਬਣ ਗਏ ਨੇ। ਉਹਨਾਂ ਦੇ ਸਨਮਾਨ ਦੇ ਵਿੱਚ ਪੰਜਾਬ, ਹਰਿਆਣਾ ਸਮੇਤ ਕਈ ਸਰਕਾਰਾਂ ਨੇ ਤੇ ਕਈ ਕੰਪਨੀਆਂ ਨੇ ਨੀਰਜ ਚੋਪੜਾ ਦੇ ਲਈ ਨਗਦ ਰਾਸ਼ੀ ਦਾ ਜਿਹੜਾ ਐਲਾਨ ਕੀਤਾ ਹੈ, ਜਿਸ ਨੂੰ ਡਿਜ਼ਰਵ ਵੀ ਕਰਦੇ ਨੇ। ਭਾਰਤੀ ਹਾਕੀ ਟੀਮ ਜੋ ਕਾਂਸੇ ਦਾ ਤਗਮਾ ਲੈ ਕੇ ਭਾਰਤ ਪਹੁੰਚੀ ਹੈ, ਉਸ ਦਾ ਵੀ ਵੱਡਾ ਮਾਨ ਸਨਮਾਨ ਹੈ ਜਿਹੜਾ ਉਹ ਕੀਤਾ ਗਿਆ ਹੈ ਅਤੇ ਕੀਤਾ ਜਾਂਦਾ ਰਹੇਗਾ ਕੁਝ ਚਿਰ ਤੱਕ। ਅਗਲੀ ਖਬਰ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣੇ ਦੀ ਸਰਕਾਰ ਨੂੰ ਸੁਨੇਹਾ ਭੇਜਿਆ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਤੁਹਾਡੇ ਸੂਬੇ ਦੇ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਹਰਿਆਣਾ ਸਰਕਾਰ ਨੂੰ ਜਥੇਦਾਰ ਨੇ ਕਿਹਾ ਕਿ ਸੂਬੇ ਦੇ ਵਿੱਚ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਕਾਰਵਾਈਆਂ ਨੂੰ ਰੋਕੋ। ਜੇ ਕੋਈ ਅਜਿਹਾ ਕਰਦਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰੋ, ਹੋਰ ਬਰਦਾਸ਼ਤ ਨਹੀਂ ਕਰਾਂਗੇ। ਅਕਾਲ ਤਖਤ ਸਕੱਤਰੇਤ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਸਾਹਿਬ ਨੇ ਕਿਹਾ ਕਿ ਲੰਘੇ ਦਿਨੀ ਕੁਰੂਕਸ਼ੇਤਰ ਦੇ ਵਿੱਚ ਕਿਸਾਨਾਂ ਦੇ ਇੱਕ ਸਮਾਗਮ ਦੇ ਵਿੱਚ ਸਿੱਖ ਵੀ ਸ਼ਾਮਿਲ ਹੋਏ ਸੀ। ਇੱਥੇ ਕੁਝ ਗੈਰ ਸਿੱਖਾਂ ਨੇ ਗਾਤਰੇ ਤੇ ਕਿਰਪਾਨਾਂ ਪਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਕਾਰਵਾਈ ਕੀਤੀ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਸਿੱਖ ਨੌਜਵਾਨਾਂ ਨੇ ਕਾਬੂ ਕਰ ਲਿਆ ਸੀ, ਪਰ ਬਾਅਦ ਵਿੱਚ ਚੇਤਾਵਨੀ ਦੇ ਕੇ ਛੱਡ ਦਿੱਤਾ ਸੀ। ਇਹਨਾਂ ਤੇ ਕਾਨੂੰਨੀ ਕਾਰਵਾਈ ਵੀ ਕਰਵਾਈ ਜਾ ਸਕਦੀ ਸੀ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਅਜਿਹੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਸਗੋਂ ਉਹਨਾਂ ਦੀ ਸ਼ਿਕਾਇਤ ਉੱਤੇ ਸਿੱਖਾਂ ਖਿਲਾਫ ਹੀ ਕੇਸ ਦਰਜ ਕਰ ਲਏ।
ਇਹਦੇ ਨਾਲ ਸਿੱਖਾਂ ਦੇ ਵਿੱਚ ਭਾਰੀ ਰੋਸ ਹੈ। ਜਥੇਦਾਰ ਨੇ ਕਿਹਾ ਕਿ ਇਹ ਗੈਰ ਸਿੱਖ ਵਿਅਕਤੀ ਕੋਈ ਦੇਵ ਸੈਨਾ ਨਾਂ ਦੀ ਜਥੇਬੰਦੀ ਨਾਲ ਸੰਬੰਧਿਤ ਨੇ ਤੇ 21 ਅਗਸਤ ਨੂੰ ਇਹ ਮੁੜ ਗਾਤਰੇ ਤੇ ਕਿਰਪਾਨਾਂ ਪਾਉਣ ਦੀ ਚੇਤਾਵਨੀ ਦੇ ਰਹੇ ਨੇ। ਜਥੇਦਾਰ ਨੇ ਕਿਹਾ ਕਿ ਕਕਾਰ ਸਿਰਫ ਤੇ ਸਿਰਫ ਅੰਮ੍ਰਿਤਧਾਰੀ ਸਿੱਖ ਹੀ ਧਾਰਨ ਕਰ ਸਕਦੇ ਨੇ, ਹੋਰ ਕਿਸੇ ਨੂੰ ਅਧਿਕਾਰ ਨਹੀਂ ਹੈ। ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਉਹਨਾਂ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਅਜਿਹੀ ਕਾਰਵਾਈ ਸਿੱਖਾਂ ਤੇ ਹਿੰਦੂਆਂ ਵਿਚਾਲੇ ਪਾੜਾ ਪਾਉਣ ਦੀ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਹਰਿਆਣਾ ਦੀ ਖੱਟੜ ਸਰਕਾਰ ਨੂੰ ਜਥੇਦਾਰ ਨੇ ਕਿਹਾ ਕਿ ਉਹ ਦੇਵ ਸੈਨਾ ਨੂੰ ਅਜਿਹਾ ਕਰਨ ਤੋਂ ਰੋਕੇ। ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤੇ ਜਿਹੜੇ ਸਿੱਟੇ ਨਿਕਲਣਗੇ ਇਹਦੇ ਲਈ ਸੂਬੇ ਦੀ ਸਰਕਾਰ ਤੇ ਪ੍ਰਸ਼ਾਸਨ ਦੋਵੇਂ ਜ਼ਿੰਮੇਦਾਰ ਹੋਣਗੇ। ਜੇ ਸ਼ਰਾਰਤੀ ਅਨਸਰਾਂ ਨੇ ਗਾਤਰੇ ਪਾ ਕੇ ਤੇ ਉਸ ਚੱਲਦੇ ਸਮਾਗਮ ਦੇ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ ਸੀ। ਉਸ ਵਕਤ ਸਿੱਖ ਨੌਜਵਾਨਾਂ ਨੇ, ਹਰਿਆਣੇ ਦੇ ਨੌਜਵਾਨਾਂ ਨੇ ਉਹਨਾਂ ਨੂੰ ਪਕੜਿਆ, ਸ਼ਰਾਰਤੀ ਅਨਸਰਾਂ ਨੂੰ, ਲੇਕਿਨ ਹਰਿਆਣਾ ਸਰਕਾਰ ਨੇ ਜਾਂ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਹਦਾ ਨਤੀਜਾ ਇਹ ਨਿਕਲਿਆ ਹੈ ਕਿ ਉਲਟਾ ਉਹਨਾਂ ਸ਼ਰਾਰਤੀ ਅਨਸਰਾਂ ਨੇ ਸਾਡੇ ਉੱਥੇ ਜਿਹੜੇ ਸਿੱਖ ਆਗੂ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਾਇਆ। ਤੇ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਫਿਰ ਇੱਕ ਵੀਡੀਓ ਰਾਹੀਂ ਧਮਕੀ ਦਿੱਤੀ ਹੈ ਕਿ ਅਸੀਂ 21 ਤਰੀਕ ਨੂੰ ਫਿਰ ਜਿਹੜਾ ਗਾਤਰੇ ਪਾ ਕੇ ਉਸੇ ਤਰ੍ਹਾਂ ਹੀ ਕੁਰੂਕਸ਼ੇਤਰ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਪਹੁੰਚਾਂਗੇ। ਮੈਂ ਸਮਝਦਾ ਹਾਂ ਕਿ ਇਹ ਸ਼ਰਾਰਤੀ ਅਨਸਰ ਜਿਹੜੇ ਆ, ਜੋ ਵੀ ਹੈ, ਕੋਈ ਦੇਵ ਸੈਨਾ ਅਖੌਤੀ ਨਾਂ ਦੀ ਕੋਈ ਜਥੇਬੰਦੀ ਹੈ, ਉਹ ਇਹ ਕੰਮ ਕਰ ਰਹੀ ਹੈ। ਹਰਿਆਣਾ ਸਰਕਾਰ ਨੂੰ ਇਸ ਜਥੇਬੰਦੀ ਨੂੰ ਨਕੇਲ ਪਾਉਣੀ ਚਾਹੀਦੀ ਹੈ। ਇਹ ਜਥੇਬੰਦੀ ਜਿਹੜੀ ਹੈ ਹਰਿਆਣਾ ਸਟੇਟ ਦਾ ਵੀ ਮਾਹੌਲ ਖਰਾਬ ਕਰ ਰਹੀ ਹੈ ਔਰ ਇਹ ਜਥੇਬੰਦੀ ਜਿਹੜੀ ਹੈ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਕਰਕੇ ਸਿੱਖ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੀ ਦੇਵ ਸੈਨਾ ਨਾਂ ਦੀ ਜਥੇਬੰਦੀ ਹੈ, ਜਿਹਨੇ ਪਿੱਛੇ ਵੀ ਗਾਤਰੇ ਪਾ ਕੇ ਤੇ ਸਿੱਖਾਂ ਨੂੰ ਚੜਾਉਣ ਦਾ ਯਤਨ ਕੀਤਾ ਹੈ, 21 ਤਰੀਕ ਨੂੰ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਕੰਮ ਕਰਾਂਗੇ। ਇਹ ਹਿੰਦੂ ਸਿੱਖਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਪਾੜਾ ਪਾਉਣ ਦਾ ਵੀ ਇੱਕ ਕਿਸਮ ਦਾ ਯਤਨ ਕਰ ਰਹੀ ਹੈ। ਹਰਿਆਣਾ ਸਰਕਾਰ ਨੂੰ, ਹਰਿਆਣਾ ਪ੍ਰਸ਼ਾਸਨ ਨੂੰ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ, ਇਹਨਾਂ ਤੇ ਪਰਚੇ ਦਰਜ ਕਰਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਜੇ ਕੁਰੂਕਸ਼ੇਤਰ ਦੀ ਧਰਤੀ ਦੇ ਉੱਤੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤੇ ਉਹਦਾ ਜ਼ਿੰਮੇਵਾਰ ਜਿਹੜਾ ਹੈ ਉਹ ਕੇਵਲ ਤੇ ਕੇਵਲ ਹਰਿਆਣਾ ਸਰਕਾਰ ਹੋਊਗੀ ਤੇ ਹਰਿਆਣੇ ਦਾ ਪ੍ਰਸ਼ਾਸਨ ਹੋਊਗਾ। ਇਸ ਮੌਕੇ ਜਥੇਦਾਰ ਨੇ ਹਰਿਆਣਾ ਦੇ ਇੱਕ ਵਿਅਕਤੀ ਵੱਲੋਂ ਹਰਿਆਣਾ ਤੋਂ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਬਾਰੇ ਬੋਲੇ ਗਏ ਅਪਸ਼ਬਦਾਂ ਦਾ ਵੀ ਜ਼ਿਕਰ ਕੀਤਾ। ਜਥੇਦਾਰ ਨੇ ਕਿਹਾ ਕਿ ਇਸ ਵਿਅਕਤੀ ਦੇ ਵੱਲੋਂ ਚੜੂਨੀ ਦੇ ਕੇਸਾਂ ਬਾਰੇ, ਦਸਤਾਰ ਬਾਰੇ ਤੇ ਦਾੜੀ ਬਾਰੇ ਗਲਤ ਸ਼ਬਦ ਬੋਲੇ ਨੇ। ਇਹ ਸਿਰਫ ਚੜੂਨੀ ਦੇ ਖਿਲਾਫ ਨਹੀਂ ਬਲਕਿ ਸਾਰੀ ਸਿੱਖ ਕੌਮ ਦੇ ਖਿਲਾਫ ਬੋਲੇ ਗਏ ਨੇ। ਹਰਿਆਣਾ ਸਰਕਾਰ ਨੂੰ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਸ ਨੂੰ ਜੇਲ੍ਹ 'ਚ ਬੰਦ ਕਰਨਾ ਚਾਹੀਦਾ ਹੈ। ਪਿੱਛੇ ਜੇ ਇੱਕ ਹਰਿਆਣਾ ਦੇ ਕਿਸੇ ਨਾਨੀ ਮੇਰੇ ਵਿਸਰ ਗਿਆ, ਉਸ ਨੇ ਸਰਦਾਰ ਗੁਰਨਾਮ ਸਿੰਘ ਚੜੂਨੀ ਬਾਰੇ ਬਹੁਤ ਹੀ ਅਪਸ਼ਬਦ ਜਿਹੜੇ ਹੈ ਉਹਨਾਂ ਬਾਰੇ ਬੋਲੇ, ਉਹਨਾਂ ਦੇ ਕੇਸਾਂ ਬਾਰੇ ਬੋਲੇ, ਉਹਨਾਂ ਦੀ ਦਸਤਾਰ ਬਾਰੇ ਬੋਲੇ, ਉਹਨਾਂ ਦੇ ਦਾੜੇ ਬਾਰੇ ਬੋਲੇ। ਇਹ ਸ਼ਬਦ ਜਿਹੜੇ ਉਸ ਵਿਅਕਤੀ ਨੇ ਬੋਲੇ ਹੈ ਉਹ ਕੇਵਲ ਸਰਦਾਰ ਗੁਰਨਾਮ ਸਿੰਘ ਚੜੂਨੀ ਨੂੰ ਨਹੀਂ ਬੋਲੇ ਬਲਕਿ ਪੂਰੇ ਸਿੱਖ ਸਮਾਜ ਨੂੰ ਬੋਲੇ ਹੈ। ਉਹਦੇ ਤੇ ਵੀ ਹਰਿਆਣਾ ਸਰਕਾਰ ਜਿਹੜੀ ਆ ਉਹ ਕਾਰਵਾਈ ਕਰੇ, ਸਖਤ ਤੋਂ ਸਖਤ ਜਿਹੜਾ ਉਹਨੂੰ ਕਾਰਵਾਈ ਕਰਕੇ ਉਹਨੂੰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਬੰਦ ਕਰੇ। ਅਗਲੀ ਖਬਰ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਹੀ ਹੈ, ਜਿੱਥੇ ਸਰਹੱਦੀ ਪਿੰਡ ਡਾਲੇਕੇ ਦੇ ਵਿੱਚ ਟਿਫਨ 'ਚ ਰੱਖੀ ਧਮਾਕਾ ਖੇਜ਼ ਸਮੱਗਰੀ ਬਰਾਮਦ ਹੋਈ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਈਡੀ ਦੇ ਨਾਲ ਲੈਸ ਇਹ ਟਿਫਨ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜਿਆ ਗਿਆ। ਡਰੋਨ ਰਾਹੀਂ ਆਏ ਇੱਕ ਬੈਗ ਦੇ ਵਿੱਚ ਇੱਕ ਟਿਫਨ ਬਾਕਸ ਤੋਂ ਇਲਾਵਾ 5 ਹੱਥ ਗੋਲੇ ਵੀ ਸਨ। ਡੀਜੀਪੀ ਨੇ ਕਿਹਾ ਕਿ 7 ਤੇ 8 ਅਗਸਤ ਦੀ ਦਰਮਿਆਨੀ ਰਾਤ ਨੂੰ ਸੁਰੱਖਿਆ ਦਸਤਿਆਂ ਨੇ ਡਰੋਨਾਂ ਦੀਆਂ ਆਵਾਜ਼ਾਂ ਸੁਣੀਆਂ। ਮਗਰੋਂ ਪੁਲਿਸ ਨੂੰ ਇਤਲਾਹ ਮਿਲੀ ਕਿ ਇੱਕ ਬੈਗ ਸ਼ੱਕੀ ਹਾਲਾਤ ਵਿੱਚ ਮਿਲਿਆ ਹੈ। ਜਦੋਂ ਇਸ ਨੂੰ ਖੋਲ ਕੇ ਵੇਖਿਆ ਗਿਆ ਤਾਂ ਇਹਦੇ ਵਿੱਚੋਂ ਪਲਾਸਟਿਕ ਦਾ ਟਿਫਨ, 5 ਹੱਥ ਗੋਲੇ ਤੇ 100 ਕਾਰਤੂਸ ਮਿਲੇ। ਆਈਡੀ ਦਾ ਵਜ਼ਨ 2 ਕਿਲੋ ਦੇ ਕਰੀਬ ਸੀ ਤੇ ਇਸ ਦੇ ਨਾਲ ਇੱਕ ਸਵਿਚ ਤੇ ਰਿਮੋਟ ਕੰਟਰੋਲ ਡਿਵਾਈਸ ਵੀ ਸੀ। ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਤੋਂ ਭੇਜਿਆ ਗਿਆ ਹੈ ਤੇ ਹੁਣ ਬੱਚਿਆਂ ਦੇ ਜਿਹੜੇ ਵਰਤਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਹੁਣ ਹਥਿਆਰਾਂ ਦੇ ਲਈ ਬਹੁਤ ਹੀ ਖਤਰਨਾਕ ਕੰਮਾਂ ਦੇ ਲਈ ਵਰਤਿਆ ਜਾਣ ਲੱਗ ਪਿਆ। ਪਾਕਿਸਤਾਨ ਦੇ ਵੱਲੋਂ ਇਹ ਦਾਅਵਾ ਕੀਤਾ ਡੀਜੀਪੀ ਨੇ। ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ ਨੇ ਕਿਹਾ ਕਿ ਸਾਡੇ ਪੰਜਾਬ ਦੇ ਵਿੱਚ ਲੋਕ ਆਪਸ ਦੇ ਵਿੱਚ ਭਾਈਚਾਰਾ, ਪਿਆਰ, ਅਮਨ, ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਨੇ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਵਿੱਚ ਅਜਿਹੀ ਕੋਈ ਘਟਨਾ ਵਾਪਰਨ ਨਾ ਦੇਵੇ। ਪਾਕਿਸਤਾਨ ਡਰੋਨ ਭੇਜ ਰਿਹਾ ਹੈ, ਪੰਜਾਬ ਸਰਕਾਰ ਪੂਰੀ ਮੁਸਤੈਦੀ ਦੇ ਨਾਲ ਕੰਮ ਕਰੇ। ਉਹਨਾਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਦੀ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ। ਸੀਨੀਅਰ ਯੂਥ ਅਕਾਲੀ ਲੀਡਰ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ
ਕਿਹਾ ਕਿ ਅਸੀਂ ਮਿੱਡੂ ਖੇੜਾ ਦੇ ਕਾਤਲਾਂ ਨੂੰ ਭੱਜਣ ਨਹੀਂ ਦੇਵਾਂਗੇ। ਸੁਖਬੀਰ ਨੇ ਕਿਹਾ ਕਿ ਯੂਥ ਲੀਡਰ ਦੀ ਹੱਤਿਆ ਗੈਂਗਸਟਰਾਂ ਦੀ ਬੁਰਛਾਗਰਦੀ ਦਾ ਨਤੀਜਾ ਹੈ। ਬਾਦਲ ਪਿੰਡ ਮਿੱਡੂ ਖੇੜਾ ਦੇ ਵਿੱਚ ਲੰਬੀ ਦੇ ਪਿੰਡ ਮਿੱਡੂ ਖੇੜਾ ਦੇ ਵਿੱਚ ਸੀਨੀਅਰ ਯੂਥ ਅਕਾਲੀ ਲੀਡਰ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸੀ। ਉਹਨਾਂ ਨੇ ਵਿੱਕੀ ਮਿੱਡੂ ਖੇੜਾ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸੁਖਬੀਰ ਨੇ ਕਿਹਾ ਕਿ ਕਾਤਲਾਂ ਨੂੰ ਭੱਜਣ ਨਹੀਂ ਦਿਆਂਗੇ। ਵਿੱਕੀ ਦੇ ਕਤਲ ਵਿੱਚ ਭਗਵਾਨਪੁਰੀਆ ਦਾ ਹੱਥ ਲੱਗਦਾ ਹੈ, ਉਹ ਜੇਲ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਮਹਿਮਾਨ ਵਾਂਗੂ ਰਹਿੰਦਾ ਹੈ। ਇਹ ਸੁਖਬੀਰ ਨੇ ਜਿਹੜਾ ਹੈਗਾ ਇਲਜ਼ਾਮ ਲਾਇਆ ਕਿ ਹੈ ਕਿ ਗੈਂਗਸਟਰ ਭਗਵਾਨਪੁਰੀਆ ਕਥਿਤ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਚਹੇਤਾ ਹੈ। ਵੱਡਾ ਇਲਜ਼ਾਮ ਲਾਇਆ ਗਿਆ। ਕਹਿੰਦੇ ਉਸ ਨੂੰ ਜੇਲ੍ਹ ਦੇ ਵਿੱਚ ਸਾਰੀਆਂ VIP ਸਹੂਲਤਾਂ ਮਿਲਦੀਆਂ ਨੇ। ਸੁਖਬੀਰ ਬਾਦਲ ਨੇ ਵਿੱਕੀ ਦੇ ਪਿਤਾ ਗੁਰਦਿਆਲ ਸਿੰਘ, ਭਰਾ ਅਜੈਪਾਲ ਕੁਲਾਰ, ਮਾਂ ਸੁਰਿੰਦਰ ਕੌਰ ਤੇ ਪਤਨੀ ਹਰਕਿਰਤ ਕੌਰ ਨਾਲ ਦੁੱਖ ਸਾਂਝਾ ਕੀਤਾ। ਕਿਹਾ ਕਿ ਸਾਰਾ ਅਕਾਲੀ ਦਲ ਤੁਹਾਡੇ ਪਰਿਵਾਰ ਦੇ ਨਾਲ ਖੜਾ ਹੈ। ਇਸੇ ਦਰਮਿਆਨ ਇਹ ਵੀ ਖਬਰ ਹੈ ਕਿ ਅਕਾਲੀ ਲੀਡਰ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਪੁਲਿਸ ਨੇ ਇੱਕ ਸ਼ੂਟਰ ਦੀ ਸ਼ਨਾਖਤ ਕਰ ਲਈ ਹੈ। ਸੂਤਰ ਦੱਸਦੇ ਨੇ ਕਿ ਇਸ ਸ਼ੂਟਆਊਟ ਦੇ ਵਿੱਚ ਖੱਬੇ ਹੱਥ ਨਾਲ ਗੋਲੀ ਚਲਾ ਰਿਹਾ ਗੈਂਗਸਟਰ ਵਿਨੇ ਦਿਓੜਾ ਹੈ, ਜੋ ਗੈਂਗਸਟਰ ਲਵ ਦਿਓੜਾ ਦਾ ਭਰਾ ਹੈ। ਲਵ ਦਿਓੜਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਸੀ। ਸੂਤਰਾਂ ਮੁਤਾਬਿਕ ਵਿਨੇ ਦਿਓੜਾ ਕੋਟਕਪੂਰਾ ਦਾ ਰਹਿਣ ਵਾਲਾ ਹੈ, ਜਿਸ ਨੂੰ ਫੜਨ ਲਈ ਪੁਲਿਸ ਨੇ ਕੋਟਕਪੂਰੇ ਛਾਪੇਮਾਰੀ ਵੀ ਕੀਤੀ ਹੈ। ਮੋਹਾਲੀ ਦੇ ਵਿੱਚ ਵੀ ਕਈ ਫਲੈਟਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ਨਾਖਤ ਹਲੇ ਕੀਤੀ ਗਈ ਹੈ, ਪਰ ਹਲੇ ਗ੍ਰਿਫਤਾਰੀ ਨਹੀਂ ਹੋਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਸਕੂਲ ਮੁਖੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਨਿਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਲੱਗੇ ਨੇ। ਸਿੰਗਲਾ ਨੇ ਕਿਹਾ ਹੈ ਕਿ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਕਲਾਸਾਂ ਰੋਜ਼ਾਨਾ ਲਾਈਆਂ ਜਾਣ ਤਾਂ ਜੋ ਬੋਰਡ ਦੀਆਂ ਕਲਾਸਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦਾ ਨੁਕਸਾਨ ਹੈ ਜਿਹੜਾ ਉਹ ਨਾ ਹੋਵੇ। ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਦੀ ਵੱਧ ਗਿਣਤੀ ਅਤੇ ਕਮਰਿਆਂ ਦੀ ਘਾਟ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖੋ ਵੱਖਰੇ ਤੌਰ ਤੇ ਬੁਲਾਉਣ ਦੇ ਲਈ ਸਕੂਲ ਮੁਖੀਆਂ ਨੂੰ ਖੁੱਲ੍ਹ ਦਿੱਤੀ ਹੈ। ਕੈਬਨਿਟ ਮੰਤਰੀ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਨਾਨ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਦੇ ਸੰਬੰਧ ਵਿੱਚ ਕਮਰਿਆਂ ਦੀ ਉਪਲਬਧਤਾ ਦੇ ਮੁਤਾਬਿਕ ਸਕੂਲ ਮੁਖੀ ਆਪਣੇ ਹਿਸਾਬ ਨਾਲ ਫੈਸਲਾ ਲੈਣਗੇ। ਇਸ ਸੰਬੰਧ ਵਿੱਚ ਵਿਦਿਆਰਥੀਆਂ ਨੂੰ ਵੱਖਰੇ ਤੌਰ ਤੇ ਵੀ ਬੁਲਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇੱਕ ਕਮਰੇ ਦੇ ਵਿੱਚ 25 ਤੋਂ 30 ਵਿਦਿਆਰਥੀਆਂ ਨੂੰ ਹੀ ਉਚਿਤ ਦੂਰੀ ਤੇ ਬਿਠਾਇਆ ਜਾਵੇ। ਇੱਕ ਬੈਂਚ ਤੇ ਕੇਵਲ ਇੱਕ ਵਿਦਿਆਰਥੀ ਹੀ ਬੈਠੇ। ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਸਖਤੀ ਦੇ ਨਾਲ ਕਰਵਾਈ ਜਾਵੇ। ਇਹ ਵੀ ਜਿਹੜਾ ਸਿੰਗਲਾ ਨੇ ਕਿਹਾ ਤੇ ਨਾਲ ਹੀ ਵਿਦਿਆਰਥੀਆਂ ਦੇ ਵਿੱਚ ਆਪਸੀ ਦੂਰੀ ਯਕੀਨੀ ਬਣਾਉਣ ਦੇ ਲਈ ਸਵੇਰ ਦੀ ਸਭਾ ਤੋਂ ਵੀ ਛੋਟ ਦੇਣ ਦੇ ਨਿਰਦੇਸ਼ ਦਿੱਤੇ ਨੇ। ਯਾਨੀ ਕਿ ਸਕੂਲਾਂ ਦੇ ਵਿੱਚ ਸਵੇਰ ਦੀ ਜਿਹੜੀ ਪ੍ਰੇਅਰ ਹੁੰਦੀ ਹੈ, ਸਭਾ ਹੈ, ਉਹ ਨਾ ਕਰਵਾਈ ਜਾਵੇ, ਇਹ ਕਿਹਾ ਗਿਆ। ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਰੋਜ਼ਾਨਾ 10,000 ਕਰੋਨਾ ਟੈਸਟ ਕਰਨ ਦੇ ਹੁਕਮ ਵੀ ਦੇ ਦਿੱਤੇ ਨੇ ਕਿ ਰੋਜ਼ਾਨਾ 10,000 ਬੱਚਿਆਂ ਦੇ ਕਰੋਨਾ ਟੈਸਟ ਕਰਵਾਏ ਜਾਣ। ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਕੁੱਲ ਗਿਣਤੀ ਹੈ ਜਿਹੜੀ ਉਹ 10,000 ਰੱਖੀ ਗਈ ਹੈ। ਲੁਧਿਆਣਾ ਜ਼ਿਲ੍ਹੇ ਵਿੱਚ 1,000 ਬੱਚਿਆਂ ਦੇ ਪ੍ਰਤੀ ਦਿਨ ਟੈਸਟ ਹੋਣਗੇ। ਪਠਾਨਕੋਟ ਦੇ ਵਿੱਚ ਸਿਰਫ 205 ਬੱਚਿਆਂ ਦੇ ਟੈਸਟ ਰੋਜ਼ਾਨਾ ਹੋਣਗੇ। ਸੋਮਵਾਰ ਨੂੰ ਕਿਸਾਨਾਂ ਦੀ ਸੰਸਦ ਦਾ ਆਖਰੀ ਤੇ 13ਵਾਂ ਦਿਨ ਸੀ ਤੇ ਆਖਰੀ ਦਿਨ ਬੀਬੀਆਂ ਦੇ ਹਵਾਲੇ ਕੀਤਾ ਗਿਆ। ਆਖਰੀ ਦਿਨ ਬੀਬੀਆਂ ਨੇ ਹੀ ਸਪੀਕਰ, ਡਿਪਟੀ ਸਪੀਕਰ ਅਤੇ ਬੁਲਾਰਿਆਂ ਦੀ ਡਿਊਟੀ ਨਿਭਾਈ। ਇਸ ਦੌਰਾਨ ਬੀਬੀਆਂ ਨੇ ਕਿਹਾ ਕਿ ਕਾਲੇ ਕਾਨੂੰਨ ਜੇ ਪਾਸ ਕਰ ਦਿੱਤੇ ਗਏ ਤਾਂ ਸਿਰਫ ਕਿਸਾਨ ਹੀ ਨਹੀਂ ਬਲਕਿ ਹਰ ਦੇਸ਼ਵਾਸੀ ਦੇ ਘਰ ਨੂੰ ਬਰਬਾਦ ਕਰ ਦੇਣਗੇ। ਜੇ ਰੱਦ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਸਿਰਫ ਕਿਸਾਨਾਂ ਦੇ ਲਈ ਹੀ ਨਹੀਂ ਬਲਕਿ ਹਰ ਵਿਅਕਤੀ ਦੇ ਲਈ ਵਿਨਾਸ਼ਕਾਰੀ ਸਾਬਿਤ ਹੋਣਗੇ, ਪਰ ਕਿਸਾਨਾਂ ਨੂੰ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਕਰਨਗੇ। ਕਿਸਾਨ ਸੰਸਦ ਅਤੇ ਆਖਰੀ ਦਿਨ ਬਾਰੇ ਬੋਲਦਿਆਂ ਕਿਸਾਨ ਲੀਡਰ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਔਰਤਾਂ ਨੇ ਸੰਸਦ ਨੂੰ ਬਹੁਤ ਹੀ ਚੰਗੇ ਢੰਗ ਦੇ ਨਾਲ ਚਲਾਇਆ, ਕੱਲੇ-ਕੱਲੇ ਮੁੱਦੇ ਨੂੰ ਬਹੁਤ ਨੀਝ ਦੇ ਨਾਲ ਵਿਚਾਰਿਆ। ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਗੱਲ ਦੱਸੀ ਹੈ ਕਿ ਅਸੀਂ ਸਿਰਫ ਘਰਾਂ 'ਚ ਭਾਂਡੇ ਮਾਂਜਣ ਜਾਂ ਰੋਟੀਆਂ ਬਣਾਉਣ ਜੋਗੀਆਂ ਨਹੀਂ, ਅਸੀਂ ਸਿਆਸੀ ਤੌਰ ਤੇ ਵੀ ਸਾਰਾ ਕੰਮ ਜਾਣਦੀਆਂ। ਅੱਜ ਤੋਂ ਬਾਅਦ ਸਾਡਾ ਨਾਅਰਾ ਇਹ ਹੋਏਗਾ, ਕਾਰਪੋਰੇਟ ਘਰਾਣਿਓ ਖੇਤੀ ਛੱਡੋ, ਮੋਦੀ ਜੀ ਗੱਦੀ ਛੱਡੋ। ਸਰਕਾਰ ਨੂੰ ਕਿਸਾਨ ਸੰਸਦ ਤੋਂ ਆਪਣੀ ਸੰਸਦ ਚਲਾਉਣੀ ਸਿੱਖਣੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਅਸੀਂ ਇਸ ਸੰਸਦ ਦੇ ਵਿੱਚ ਰੱਦ ਕਰਕੇ ਜਾ ਰਹੇ ਹਾਂ। ਯਾਨੀ ਕਿ ਜਿੰਨੇ ਦਿਨ ਕਿਸਾਨਾਂ ਦੀ ਸੰਸਦੀ ਕਾਰਵਾਈ ਚੱਲੀ, 13 ਦਿਨ ਸੰਸਦ ਚੱਲੀ ਹੈ, ਉਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਦਿਨਾਂ ਦੇ ਵਿੱਚ ਕਿਸਾਨਾਂ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ, ਬਿਜਲੀ ਸੋਧ ਬਿੱਲ ਨੂੰ ਰੱਦ ਕੀਤਾ ਤੇ ਇਹ ਇਤਿਹਾਸਿਕ ਜਿਹੜਾ ਕਦਮ ਸੀ ਕਿਸਾਨਾਂ ਦਾ ਹੋ ਨਿਬੜਿਆ। ਇੱਥੋਂ ਤੱਕ ਕਿ ਕਿਸਾਨਾਂ ਦੀ ਸੰਸਦ ਦੇ ਵਿੱਚ ਖੇਤੀਬਾੜੀ ਮੰਤਰੀ ਨੂੰ ਵੀ ਅਸਤੀਫਾ ਦੇਣਾ ਪਿਆ। ਯਾਨੀ ਕਿ ਸਰਕਾਰ ਦੀ ਹਿੱਕ ਦੇ ਉੱਤੇ ਜਾ ਕੇ ਕਿਸਾਨਾਂ ਨੇ ਇਸ ਸੰਸਦ ਚਲਾਈ ਤੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨੇਪਰੇ ਚਾੜੀ। ਕਿਤੇ ਵੀ ਰੌਲਾ ਰੱਪਾ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਨੁਸ਼ਾਸਨਹੀਣਤਾ ਨਹੀਂ ਦਿਖਾਈ ਦਿੱਤੀ। ਇੱਕ ਇਤਿਹਾਸ ਕਿਸਾਨਾਂ ਨੇ ਰਚ ਦਿੱਤਾ ਹੈ। ਤੇ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਜੇ ਭਾਰਤੀ ਸੰਸਦ ਦੇ ਸਦਨਾਂ ਦੀ ਗੱਲ ਕਰ ਲਈਏ ਤਾਂ ਹਾਲੇ ਤੱਕ ਲਗਾਤਾਰ ਦੋਵੇਂ ਸਦਨਾਂ ਦੇ ਵਿੱਚ ਰੌਲੇ ਪੈਂਦੇ ਰਹੇ ਨੇ। 13 ਅਗਸਤ ਤੱਕ ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਚੱਲੇਗੀ।
ਸੋਮਵਾਰ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ ਸੰਸਦ ਕੰਪਲੈਕਸ ਦੇ ਵਿੱਚ ਕਾਂਗਰਸ ਨੇ ਪ੍ਰਦਰਸ਼ਨ ਕੀਤਾ। ਸਾਂਸਦਾਂ ਨੇ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਸੰਸਦ ਦੇ ਵਿੱਚ ਕੰਮ ਰੋਕੂ ਮਤਾ ਫੇਰ ਦਿੱਤਾ। ਲੋਕ ਸਭਾ ਦੇ ਵਿੱਚ ਕਾਂਗਰਸ ਜਾਂ ਫਿਰ ਵਿਰੋਧੀ ਧਿਰਾਂ ਦੇ ਹੰਗਾਮੇ ਦੇ ਦਰਮਿਆਨ ਹੀ ਸਰਕਾਰ ਨੇ 3 ਬਿੱਲ ਪਾਸ ਕਰਵਾ ਲਏ। ਕਾਂਗਰਸ ਨੇ ਸਰਕਾਰ ਦੇ ਪੇਸ਼ਕਦਮੀ ਨੂੰ ਜਮਹੂਰੀਅਤ ਦਾ ਕਤਲ ਕਰਾਰ ਦਿੱਤਾ। ਕੇਂਦਰ ਸਰਕਾਰ ਨੇ ਪੈਗਾਸਸ ਤੇ ਖੇਤੀ ਕਾਨੂੰਨਾਂ ਦੇ ਮੁੱਦਿਆਂ ਤੇ ਪਏ ਰੌਲੇ ਰੱਪੇ ਦੇ ਦਰਮਿਆਨ 6 ਬਿੱਲ ਸੋਮਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤੇ, ਜਿਨ੍ਹਾਂ ਵਿੱਚੋਂ 3 ਨੂੰ ਪਾਸ ਕਰਵਾਉਣ ਦੇ ਵਿੱਚ ਸਫਲ ਰਹੀ, ਜਿਸ ਨੂੰ ਕਾਂਗਰਸ ਨੇ ਜਿਹੜਾ ਜਮਹੂਰੀਅਤ ਦਾ ਕਤਲ ਦੱਸਿਆ। ਜਿਹੜੇ 3 ਬਿੱਲ ਹੇਠਲੇ ਸਦਨ ਵਿੱਚ ਪਾਸ ਹੋਏ, ਇਹਨਾਂ ਦੇ ਵਿੱਚ ਦਾ ਲਿਮਿਟਡ ਲਾਇਬਿਲਿਟੀ ਪਾਰਟਨਰਸ਼ਿਪ ਸੋਧ ਬਿੱਲ 2021, ਦਾ ਇੰਸ਼ੋਰੈਂਸ ਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਸੋਧ ਬਿੱਲ 2021, ਦਾ ਕਨਸਟੀਟਿਊਸ਼ਨ ਅਨੁਸੂਚਿਤ ਕਬੀਲੇ ਆਰਡਰ ਸੋਧ ਬਿੱਲ 2021। ਇਹ ਤਿੰਨੇ ਬਿੱਲ ਨੇ ਜਿਹੜੇ ਉਹ ਪਾਸ ਕਰਵਾ ਲਏ ਗਏ ਨੇ। ਤੇ 9 ਅਗਸਤ ਨੂੰ ਕ੍ਰਾਂਤੀ ਦਿਵਸ ਦੇ ਮੌਕੇ ਤੇ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਕਈ ਮਜ਼ਦੂਰ ਜਥੇਬੰਦੀਆਂ ਨੇ ਦੇਸ਼ ਬਚਾਓ ਦਿਵਸ ਮਨਾਇਆ। ਸੋਮਵਾਰ ਨੂੰ ਜਥੇਬੰਦੀਆਂ ਨੇ ਸਰਕਾਰ ਦੇ ਸਾਹਮਣੇ ਕਈ ਮੰਗਾਂ ਰੱਖੀਆਂ। ਪੈਟਰੋਲ, ਡੀਜ਼ਲ, ਰਸੋਈ ਗੈਸ ਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਭਾਅ ਕੰਟਰੋਲ ਕੀਤੇ ਜਾਣ, ਜ਼ਰੂਰੀ ਵਸਤੂਆਂ ਸੋਧ ਬਿੱਲ ਨੂੰ ਲੋਕ ਪੱਖੀ ਬਣਾਇਆ ਜਾਵੇ, ਲੇਬਰ ਕੋਡ 4 ਤੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਘਰਾਂ ਵਿੱਚ ਕੰਮ ਕਰਨ ਵਾਲੇ ਅਤੇ ਕੂੜਾ ਚੱਕਣ ਵਾਲੇ ਸਫਾਈ ਕਰਮੀਆਂ ਨੂੰ ਕਾਮਗਾਰ ਦਾ ਦਰਜਾ ਦਿੱਤਾ ਜਾਵੇ, ਅਸੰਗਠਿਤ ਇਲਾਕਿਆਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਪਛਾਣ ਕਰਕੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ। ਇਹ ਸਾਰੀਆਂ ਮੰਗਾਂ ਰੱਖੀਆਂ ਗਈਆਂ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਾਂਤੀ ਦਿਵਸ ਮੌਕੇ ਭਾਰਤ ਛੱਡੋ ਅੰਦੋਲਨ ਦੇ ਵਿੱਚ ਸ਼ਾਮਿਲ ਆਜ਼ਾਦੀ ਦੇ ਨਾਇਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਸ ਅੰਦੋਲਨ ਦੀ ਗੂੰਜ ਪੂਰੇ ਦੇਸ਼ ਵਿੱਚ ਸੁਣਾਈ ਦਿੱਤੀ ਸੀ ਤੇ ਦੇਸ਼ ਦੇ ਨੌਜਵਾਨਾਂ ਨੇ ਜੋਸ਼ ਭਰਨ ਲਈ ਕੰਮ ਕੀਤਾ ਸੀ। ਇਸ ਮੌਕੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ ਜੰਗ ਦੇ ਇਤਿਹਾਸ ਦੇ ਵਿੱਚ ਇੱਕ ਅਹਿਮ ਪੰਨੇ ਕਾਕੋਰੀ ਕਾਂਡ ਦਾ ਨਾਮ ਬਦਲ ਕੇ ਕਾਕੋਰੀ ਟ੍ਰੇਨ ਐਕਸ਼ਨ ਰੱਖ ਦਿੱਤਾ ਹੈ। ANI ਦੇ ਮੁਤਾਬਿਕ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਂਡ ਸ਼ਬਦ ਦੇ ਨਾਲ ਇਸ ਘਟਨਾ ਨੂੰ ਲੈ ਕੇ ਇੱਕ ਅਪਮਾਨਜਨਕ ਭਾਵਨਾ ਬਣ ਜਾਂਦੀ ਸੀ, ਇਸ ਕਾਰਨ ਹੀ ਨਾਮ ਬਦਲਣ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਕੁਝ ਬ੍ਰਿਟਿਸ਼ ਇਤਿਹਾਸਕਾਰਾਂ ਨੇ ਇਸ ਘਟਨਾ ਨੂੰ ਕਾਂਡ ਦਾ ਨਾਮ ਦਿੱਤਾ ਸੀ। ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸੇ ਮੌਕੇ ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ ਨੂੰ ਖੂਬ ਰਗੜੇ ਲਾਏ ਨੇ ਕਿਸਾਨਾਂ ਦੇ ਹੀ ਮੁੱਦੇ ਤੇ। ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਖਬਾਰਾਂ ਦੇ ਵਿੱਚ ਪੂਰੇ ਸਫ਼ੇ ਦੇ ਇਸ਼ਤਿਹਾਰ ਦੇ ਕੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਨਹੀਂ ਲੁਕੋ ਸਕਦੀ। ਪ੍ਰਿਯੰਕਾ ਨੇ ਯੋਗੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ ਆਖਿਰ ਕੀਤਾ ਹੀ ਕੀ ਹੈ, ਕਿਸਾਨਾਂ ਦੇ ਲਈ ਹੁਣ ਤੱਕ ਕੀ ਕੀਤਾ ਹੈ। ਕਾਂਗਰਸ ਲੀਡਰ ਪ੍ਰਿਯੰਕਾ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੂਹ ਨੇ, ਯੂਪੀ ਸਰਕਾਰ ਪੂਰੇ ਸਫ਼ੇ ਦੇ ਇਸ਼ਤਿਹਾਰ ਦੇ ਕੇ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਨਹੀਂ ਲੁਕੋ ਸਕਦੀ। ਤੇ ਉਧਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵਿਰੋਧ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਕਲੈਕਟਰ ਤੇ SSP ਦਾ ਤਬਾਦਲਾ ਕਰ ਦਿੱਤਾ ਗਿਆ। ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਸੀ। ਵਿਰੋਧ ਦੇ ਵਿੱਚ ਉਹਨਾਂ ਦਾ ਜਿਹੜਾ ਕਾਫਲਾ ਸੀ ਵਾਹਨਾਂ ਦਾ, ਉਸ ਉੱਤੇ ਚਿੱਕੜ ਵੀ ਸੁੱਟਿਆ ਸੀ ਤੇ ਲੱਕੜਾਂ ਵੀ ਸੁੱਟੀਆਂ ਸੀ। ਤੇ ਹੁਣ ਖਬਰ ਮਿਲ ਰਹੀ ਹੈ ਕਿ ਸਰਕਾਰ ਨੇ ਜ਼ਿਲ੍ਹਾ ਕਲੈਕਟਰ ਤੇ SP ਦੀ ਬਦਲੀ ਕਰ ਦਿੱਤੀ ਹੈ। ਜੰਮੂ ਕਸ਼ਮੀਰ ਤੋਂ ਖਬਰ ਹੈ, ਜਿੱਥੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਦਹਿਸ਼ਤਗਰਦਾਂ ਨੇ BJP ਕਿਸਾਨ ਮੋਰਚਾ ਦੇ ਲੀਡਰ ਤੇ ਉਸਦੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। PTI ਦੇ ਮੁਤਾਬਿਕ ਦੱਖਣੀ ਕਸ਼ਮੀਰ ਦੇ ਵਿੱਚ ਦਹਿਸ਼ਤਗਰਦਾਂ ਨੇ ਗੁਲਾਮ ਰਸੂਲ ਡਾਰ ਤੇ ਉਸਦੀ ਪਤਨੀ ਦਾ ਕਤਲ ਕੀਤਾ ਹੈ। ਡਾਰ ਕੁਲਗਾਮ ਜ਼ਿਲ੍ਹੇ ਦੇ ਵਿੱਚ BJP ਦੇ ਕਿਸਾਨ ਮੋਰਚਾ ਦੀ ਸ਼ਾਖਾ ਦੇ ਜ਼ਿਲ੍ਹਾ ਪ੍ਰਧਾਨ ਤੇ BJP ਦੇ ਸਰਪੰਚ ਵੀ ਸਨ। ਪਿਛਲੇ ਸਾਲ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੀ ਚੋਣ ਵੀ ਲੜੀ ਸੀ ਪਰ ਜਿੱਤ ਨਹੀਂ ਸਕੇ ਸੀ। ਇਸ ਘਟਨਾ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੋਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ। ਪਟਿਆਲੇ ਤੋਂ ਖਬਰ ਹੈ, ਜਿੱਥੇ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਤੇ ਆਧਾਰਿਤ ਸਾਂਝਾ ਮਜ਼ਦੂਰ ਮੋਰਚਾ ਦੇ ਸੂਬਾਈ ਸੱਦੇ ਦੇ ਤਹਿਤ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੇਂਡੂ ਤੇ ਖੇਤ ਮਜ਼ਦੂਰ ਪਰਿਵਾਰਾਂ ਨੇ ਪਟਿਆਲੇ ਦੇ ਵਿੱਚ ਪੁੱਡਾ ਗਰਾਊਂਡ ਦੇ ਵਿੱਚ ਆਪਣਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਮੰਗਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਚਿਰਾਂ ਤੋਂ ਲਟਕਦੀਆਂ ਮਜ਼ਦੂਰ ਮੰਗਾਂ ਦੇ ਹੱਲ ਦੇ ਲਈ 7 ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ 9, 10 ਤੇ 11 ਅਗਸਤ ਨੂੰ ਪਟਿਆਲਾ ਦੀ ਪੁੱਡਾ ਗਰਾਊਂਡ ਵਿੱਚ ਮੋਰਚਾ ਲਾਉਣ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤੇ ਜਾਣ ਦਾ ਐਲਾਨ ਕੀਤਾ ਹੋਇਆ ਸੀ ਤੇ ਮੋਰਚਾ ਦਿਨ ਰਾਤ ਜਾਰੀ ਰਹੇਗਾ। ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਪਿੰਡ ਤਾਰਾਪੁਰ ਦੇ ਵਿੱਚ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਇੱਕ ਹੋਰ ਘਟਨਾ ਘਟੀ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਹੈ। ਇਸ ਘਟਨਾ ਸੰਬੰਧੀ ਹੋਰ ਵੇਰਵੇ ਤਾਂ ਨਹੀਂ ਮਿਲ ਸਕੇ, ਪਰ ਇੰਨੀ ਕੁ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਇੱਥੇ ਸ਼ਰਾਰਤੀ ਅਨਸਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਹਾਲੇ ਤੱਕ ਉਹਨਾਂ ਤੱਕ ਜਿਹੜੀ ਪਹੁੰਚ ਪੁਲਿਸ ਦੀ ਜਾਂ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਦੀ ਨਹੀਂ ਹੋ ਸਕੀ। ਪਰ ਸਵਾਲ ਉੱਠਦਾ ਹੈ ਕਿ
ਕਿ ਵਾਰ-ਵਾਰ ਅਜਿਹੀਆਂ ਘਟਨਾਵਾਂ ਆਖਿਰਕਾਰ ਵਾਪਰਦੀਆਂ ਕਿਉਂ ਨੇ। ਗੁਰੂ ਘਰ ਦੇ ਵਿੱਚ ਸੇਵਾਦਾਰਾਂ ਦੀ ਡਿਊਟੀ ਤਾਂ ਲੱਗੀ ਹੁੰਦੀ ਹੈ, ਬਾਵਜੂਦ ਇਸ ਦੇ ਕਿਵੇਂ ਸ਼ਰਾਰਤੀ ਅਨਸਰ ਅਜਿਹੀਆਂ ਹਰਕਤਾਂ ਨੂੰ ਅੰਜਾਮ ਦੇ ਦਿੰਦੇ ਨੇ। ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਫਿਰ ਆਪਣੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ। ਉਹਨਾਂ ਨੇ ਵਿਕਰਮ ਮਜੀਠੀਆ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਤੇ ਵੀ ਨਿਸ਼ਾਨੇ ਕਸੇ ਨੇ। ਕਿਹਾ ਕਿ ਨਸ਼ਿਆਂ ਦੇ ਵਪਾਰ ਦੇ ਪਿੱਛੇ ਦੋਸ਼ੀਆਂ ਨੂੰ ਸਜ਼ਾ ਦੇਣਾ 18 ਸੂਤਰੀ ਏਜੰਡੇ ਦੇ ਤਹਿਤ ਕਾਂਗਰਸ ਦੀ ਤਰਜੀਹ ਹੈ। ਕੈਪਟਨ ਸਰਕਾਰ ਨੂੰ ਸਵਾਲ ਪੁੱਛਦਿਆਂ ਸਿੱਧੂ ਨੇ ਕਿਹਾ ਕਿ ਮਜੀਠੀਆ ਤੇ ਕੀ ਕਾਰਵਾਈ ਹੋਈ ਹੈ, ਜਦਕਿ ਸਰਕਾਰ ਇਸ ਮਾਮਲੇ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦੀ ਹਵਾਲਗੀ ਦੀ ਮੰਗ ਕਰਦੀ ਹੈ। ਸਿੱਧੂ ਨੇ ਕਿਹਾ ਜੇ ਹੋਰ ਦੇਰੀ ਹੋਈ ਤਾਂ ਰਿਪੋਰਟਾਂ ਨੂੰ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਜਾਵੇਗਾ। ਸਿੱਧੂ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਵੱਲੋਂ 2.5 ਸਾਲਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਮਹੱਤਵਪੂਰਨ ਹੁਕਮ ਨਹੀਂ ਦਿੱਤਾ ਗਿਆ। ਕੈਪਟਨ ਸਰਕਾਰ ਨੂੰ ਸਿੱਧੂ ਨੇ ਕਿਹਾ ਕਿ ਉਹ ਮਜੀਠੀਆ ਵਿਰੁੱਧ ਕੇਸ ਨੂੰ ਛੇਤੀ ਤੋਂ ਛੇਤੀ ਤਰਕਸੰਗਤ ਸਿੱਟੇ ਤੇ ਪਹੁੰਚਾਉਣ ਲਈ ਸੀਲਬੰਦ ਰਿਪੋਰਟਾਂ ਨੂੰ ਖੋਲੇ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇ। ਟਵੀਟ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਫਰਵਰੀ 2018 ਦੇ ਵਿੱਚ ADGP ਹਰਪ੍ਰੀਤ ਸਿੱਧੂ ਦੀ ਅਗਵਾਈ ਵਾਲੀ STF ਨੇ ਵਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਦੀ ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਦੇ ਮਾਮਲੇ ਵਿੱਚ ED ਵੱਲੋਂ ਦਰਜ ਕੀਤੇ ਗਏ ਬਿਆਨਾਂ ਤੇ ਸਬੂਤਾਂ ਦੀ ਜਾਂਚ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਥਿਤੀ ਰਿਪੋਰਟ ਦਾਇਰ ਕੀਤੀ ਸੀ। ਸੋ ਸਿੱਧੂ ਨੇ ਵਿਕਰਮ ਮਜੀਠੀਆ ਦੇ ਮਸਲੇ ਤੇ ਫਿਰ ਕੈਪਟਨ ਸਰਕਾਰ ਤੇ ਸਵਾਲ ਚੁੱਕੇ ਨੇ, ਕੈਪਟਨ ਨੂੰ ਸਵਾਲ ਪੁੱਛੇ ਨੇ। ਹੁਣ ਦੇਖਣਾ ਹੋਏਗਾ ਕਿ ਕੈਪਟਨ ਸਾਹਿਬ ਇਸ ਤੇ ਕਾਰਵਾਈ ਕਰਦੇ ਨੇ ਚੋਣਾਂ ਤੋਂ ਪਹਿਲਾਂ ਜਾਂ ਫਿਰ ਉਸੇ ਤਰ੍ਹਾਂ ਇਹ ਬੰਦ ਲਿਫਾਫੇ ਦੇ ਵਿੱਚ ਪਈਆਂ ਫਾਈਲਾਂ ਦੇ ਵਾਂਗੂ ਮਾਮਲਾ ਰਫਾ ਦਫਾ ਕਰ ਦਿੱਤਾ ਜਾਏਗਾ। ਅਧਿਆਪਕਾਂ ਦੇ ਸੰਘਰਸ਼ ਦੀ ਗੱਲ ਕਰ ਲਈਏ ਤਾਂ ਲਗਾਤਾਰ ਪੰਜਾਬ ਸਕੂਲ ਸਿੱਖਿਆ ਭਵਨ ਦੇ ਬਾਹਰ ਕੱਚੇ ਅਧਿਆਪਕਾਂ ਦਾ ਧਰਨਾ ਚੱਲ ਰਿਹਾ ਹੈ। 15 ਅਗਸਤ ਨੂੰ ਲੈ ਕੇ ਕੱਚੇ ਅਧਿਆਪਕ ਯੂਨੀਅਨ ਦੇ ਵੱਲੋਂ ਸਰਬਸੰਮਤੀ ਦੇ ਨਾਲ ਹੁਣ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਕੈਬਨਿਟ ਮੰਤਰੀਆਂ ਦੇ ਘਿਰਾਓ ਦਾ ਫੈਸਲਾ ਲਿਆ ਗਿਆ। ਜਿੱਥੇ-ਜਿੱਥੇ ਵੀ ਝੰਡਾ ਲਹਿਰਾਉਣਗੇ ਉੱਥੇ-ਉੱਥੇ ਕੈਬਨਿਟ ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ। ਕੱਚੇ ਅਧਿਆਪਕ ਉੱਥੇ ਜਾ ਕੇ ਅਪੀਲ ਕਰਨਗੇ ਕਿ ਕੈਬਨਿਟ ਰੱਖੋ ਤੇ ਸਾਨੂੰ ਵੀ ਆਜ਼ਾਦੀ ਦਿਓ, ਯਾਨੀ ਕਿ ਕੈਬਨਿਟ ਮੀਟਿੰਗ ਰੱਖੋ ਤੇ ਸਾਨੂੰ ਵੀ ਆਜ਼ਾਦੀ ਦਿਓ ਇਸ ਬੇਰੁਜ਼ਗਾਰੀ ਦੀ ਗੁਲਾਮੀ ਤੋਂ। ਇਸ ਪ੍ਰਦਰਸ਼ਨ ਦੀ ਅਗਵਾਈ ਅਜਮੇਰ ਔਲਖ, ਗਗਨ ਅਬੋਰ ਤੇ ਦਵਿੰਦਰ ਸੰਧੂ ਕਰਨਗੇ। 14 ਅਗਸਤ ਨੂੰ ਸਵੇਰੇ 11 ਵਜੇ ਹੋਣ ਵਾਲੀ ਬੈਠਕ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਤਰਨਤਾਰਨ ਤੇ ਕਪੂਰਥਲਾ ਦੇ ਲੀਡਰ ਤੇ ਹੋਰ ਸਾਰੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਅਧਿਆਪਕਾਂ ਨੇ ਲੋਕਾਂ ਨੂੰ ਇੱਕ ਰਾਤ ਕੱਟਣ ਜੋਗਾ ਲੋੜੀਂਦਾ ਸਮਾਨ ਲਿਆਉਣ ਲਈ ਵੀ ਕਿਹਾ ਹੈ। ਬਠਿੰਡਾ ਦੇ ਵਿੱਚ ਵੀਰਪਾਲ ਕੌਰ ਸਿਧਾਣਾ ਦੀ ਅਗਵਾਈ ਦੇ ਵਿੱਚ ਘਿਰਾਓ ਕੀਤਾ ਜਾਏਗਾ। ਫਾਜ਼ਿਲਕਾ ਜ਼ਿਲ੍ਹੇ ਦੇ ਲੋਕ ਉਹਨਾਂ ਦੇ ਨਾਲ ਸ਼ਾਮਿਲ ਹੋਣਗੇ। ਮੋਹਾਲੀ ਵਿੱਚ ਜਸਵੰਤ ਪੰਨੂ ਜਥੇ ਦੀ ਅਗਵਾਈ ਕਰਨਗੇ। ਅੰਮ੍ਰਿਤਸਰ ਦੇ ਵਿੱਚ ਕੰਪਨੀ ਬਾਗ ਦੇ ਵਿੱਚ ਅਧਿਆਪਕਾਂ ਦਾ ਇਕੱਠ ਹੋਏਗਾ। ਇਹ 15 ਅਗਸਤ ਦੇ ਸਾਰੇ ਜਿਹੜੇ ਪ੍ਰੋਗਰਾਮ ਐਲਾਨੇ ਗਏ ਨੇ, ਬਾਕੀ ਸਾਰੇ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਕਰਨਗੇ। ਸੰਗਰੂਰ ਵਿੱਚ ਸਿੱਖਿਆ ਮੰਤਰੀ ਦਾ ਘਿਰਾਓ ਨਾ ਕਰਨ ਦਾ ਫੈਸਲਾ ਵੀ ਲਿਆ ਗਿਆ। ਹਰੇਕ ਥਾਂ ਤੇ 15 ਅਗਸਤ ਨੂੰ ਇਕੱਠੇ ਹੋਣ ਲਈ ਪ੍ਰਦਰਸ਼ਨਕਾਰੀਆਂ ਨੂੰ ਥਾਂ ਜ਼ਿਲ੍ਹਾ ਕਮੇਟੀਆਂ ਦੇਣਗੀਆਂ। ਸਾਰਿਆਂ ਨੂੰ ਇਕੱਠੇ ਹੋਣ ਲਈ ਸਵੇਰੇ 8 ਵਜੇ ਦਾ ਸਮਾਂ ਦਿੱਤਾ ਗਿਆ ਹੈ। ਸੋ ਅਧਿਆਪਕਾਂ ਨੇ 15 ਅਗਸਤ ਦੇ ਲਈ ਇਹ ਐਕਸ਼ਨ ਐਲਾਨਿਆ। ਮੌਸਮ ਦੀ ਗੱਲ ਕਰ ਲਈਏ ਤਾਂ 8 ਤੋਂ 10 ਅਗਸਤ ਤੱਕ ਮੌਸਮ ਵਿਭਾਗ ਨੇ ਮੌਨਸੂਨ ਦਾ ਮੀਂਹ ਹੈ ਜਿਹੜਾ ਪੂਰੇ ਉੱਤਰ ਭਾਰਤ ਦੇ ਵਿੱਚ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਯੂਪੀ ਦੇ ਕੁਝ ਇਲਾਕੇ ਤੇ ਰਾਜਸਥਾਨ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਦਿੱਤੀ ਹੈ ਤੇ ਇਸ ਦੇ ਤਹਿਤ ਮੀਂਹ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਪੈ ਵੀ ਰਿਹਾ ਹੈ। ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਦੇ ਵਿੱਚ ਪਿਛਲੇ 1-2 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਸੋਮਵਾਰ ਸਵੇਰੇ ਖਤਰੇ ਦੇ ਨਿਸ਼ਾਨ ਨੂੰ ਟੱਪ ਗਿਆ। ਇਸ ਤੋਂ ਬਾਅਦ UT ਪ੍ਰਸ਼ਾਸਨ ਨੇ ਵਿਚਕਾਰਲਾ ਫਲੱਡ ਗੇਟ ਖੋਲ ਦਿੱਤਾ ਹੈ। ਸੁਖਨਾ ਦੇ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ਤੇ ਹੈ। ਪਾਣੀ ਉਸ ਦੇ ਨੇੜੇ ਪਹੁੰਚਣ ਕਰਕੇ ਪ੍ਰਸ਼ਾਸਨ ਨੇ ਹਥਿਆਤ ਦੇ ਵਜੋਂ ਸੋਮਵਾਰ ਸਵੇਰੇ 11:20 ਤੇ ਇਹ ਫਲੱਡ ਗੇਟ ਖੋਲਿਆ। ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਐਲਾਨ ਕੀਤਾ ਕਿ ਪਿੰਡਾਂ ਦੇ ਵਿੱਚ ਪਾਣੀ ਦੇ ਆਨਲਾਈਨ ਬਿਲਿੰਗ ਸਿਸਟਮ ਅਤੇ ਆਨਲਾਈਨ ਭੁਗਤਾਨ ਨੂੰ ਜਲਦ ਹੀ ਪੜਾਅਵਾਰ ਪੂਰੇ ਸੂਬੇ ਦੇ ਵਿੱਚ ਲਾਗੂ ਕਰ ਦਿੱਤਾ ਜਾਏਗਾ ਤੇ ਇਸ ਪ੍ਰਣਾਲੀ ਦੇ ਰਾਹੀਂ, ਇਸ ਸਿਸਟਮ ਦੇ ਰਾਹੀਂ ਪੇਂਡੂ ਖਪਤਕਾਰ ਆਪਣੇ ਰਜਿਸਟਰਡ ਮੋਬਾਈਲ ਫੋਨਾਂ ਤੇ SMS ਦੇ ਰਾਹੀਂ ਪਾਣੀ ਦੀ ਸਪਲਾਈ ਦੇ ਬਿੱਲ ਹਾਸਲ ਕਰਨਗੇ ਤੇ SMS ਦੇ ਵਿੱਚ ਦਿੱਤੇ ਲਿੰਕ ਦੇ ਰਾਹੀਂ ਹੀ ਆਨਲਾਈਨ ਬਿੱਲ ਭੁਗਤਾਨ ਕਰ ਸਕਣਗੇ। ਐਕਟਿਵ ਅਕਾਊਂਟ ਅਪਡੇਟ ਤੇ ਅਲਰਟ ਵੀ SMS ਰਾਹੀਂ ਖਪਤਕਾਰਾਂ ਨੂੰ ਹਾਸਲ ਹੋਣਗੇ। ਸੋ ਪੰਜਾਬ ਸਰਕਾਰ ਤਾਂ ਜਿਹੜਾ ਹੈਗਾ ਹਾਈਟੈਕ ਕਰਨ ਜਾ ਰਹੀ ਹੈ ਪਾਣੀ ਦੇ ਬਿੱਲ ਭਰਨ ਨੂੰ, ਪਰ ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਲਈ ਇਹ ਲਾਗੂ ਕੀਤੀ ਜਾਣੀ ਹੈ ਪ੍ਰਣਾਲੀ ਤੇ ਪਿੰਡਾਂ ਦੇ ਵਿੱਚ ਕੀ ਸਾਰੇ ਲੋਕ ਜਿਹੜਾ ਆਨਲਾਈਨ ਸਿਸਟਮ ਰਾਹੀਂ ਬਿੱਲ ਭਰਨ ਦੇ ਯੋਗ ਹੋਣਗੇ, ਇਹ ਵੀ ਇੱਕ ਵੱਡੀ ਸਮੱਸਿਆ ਹੈ ਤੇ ਵੱਡੀ ਚੁਣੌਤੀ ਹੈ। ਹਾਲਾਂਕਿ ਸ਼ੁਰੂਆਤ ਦੇ ਵਿੱਚ ਹਰੇਕ ਸਕੀਮ ਨੂੰ ਜਾਂ ਹਰੇਕ ਟੈਕਨੋਲੋਜੀ ਨੂੰ
ਸਮਾਂ ਜ਼ਰੂਰ ਲੱਗਦਾ ਹੁੰਦਾ ਅਪਣਾਉਣ ਦੇ ਲਈ, ਪਰ ਹੌਲੀ-ਹੌਲੀ ਲੋਕ ਵੀ ਯੂਜ਼ ਟੂ ਹੋ ਜਾਂਦੇ ਨੇ। ਪਰ ਅੱਜ ਕੱਲ ਜਿਹੜਾ ਸਮਾਰਟਫੋਨ ਹਰ ਕੋਈ ਵਰਤਦਾ ਹੈ, ਵੱਡੇ ਨਹੀਂ ਤੇ ਬੱਚੇ ਤਾਂ ਜ਼ਰੂਰ ਵਰਤਦੇ ਨੇ। ਇੱਕ ਵਾਰੀ ਦੱਸਣ ਦੀ ਲੋੜ ਹੁੰਦੀ ਹੈ ਤੇ ਸ਼ਾਇਦ ਉਹ ਵੀ ਇਸ ਨੂੰ ਅਪਣਾ ਲੈਣਗੇ, ਪਰ ਪਹਿਲਾਂ ਦਿੱਕਤ ਹੈ ਜਿਹੜੀ ਉਹ ਜ਼ਰੂਰ ਆਏਗੀ। ਕੋਵਿਡ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਦੇ ਨਾਲ ਜੁੜੀ ਹੋਈ ਖਬਰ ਹੈ। ਸੁਪਰੀਮ ਕੋਰਟ ਨੇ ਕੋਵਿਡ-19 ਵੈਕਸੀਨਾਂ ਦੇ ਕਲੀਨਿਕਲ ਟ੍ਰਾਇਲਾਂ ਦੇ ਸੰਬੰਧੀ ਡੇਟਾ ਜਨਤਕ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਤੇ ਕੇਂਦਰ ਸਰਕਾਰ ਅਤੇ ਹੋਰਨਾਂ ਤੋਂ ਜਵਾਬ ਮੰਗਿਆ ਹੈ ਅਤੇ ਸੁਪਰੀਮ ਕੋਰਟ ਦੇ ਬੈਂਚ ਨੇ ਕੇਂਦਰ ਤੇ ਹੋਰਨਾਂ ਨੂੰ ਜਵਾਬ ਦਾਖਲ ਕਰਨ ਦੇ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਪਟੀਸ਼ਨਰ ਦੇ ਵਜੋਂ ਪੇਸ਼ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਕੋਵਿਡ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਨੇ, ਜਿਸ ਕਰਕੇ ਉਹ ਟੀਕਾ ਲਗਵਾਉਣ ਤੋਂ ਝਿਜਕਦੇ ਨੇ। ਭੂਸ਼ਣ ਨੇ ਕਿਹਾ ਕਿ ਉਹਨਾਂ ਦੀ ਇਹ ਪਟੀਸ਼ਨ ਐਂਟੀ ਵੈਕਸੀਨ ਨਹੀਂ ਹੈ ਤੇ ਨਾ ਹੀ ਪਟੀਸ਼ਨਰ ਦਾ ਮਕਸਦ ਦੇਸ਼ ਦੇ ਵਿੱਚ ਕੋਵਿਡ ਟੀਕਾਕਰਨ ਪ੍ਰੋਗਰਾਮ ਨੂੰ ਰੋਕਣ ਦਾ ਹੈ। ਉਹਨਾਂ ਕਿਹਾ ਕਿ ਪਟੀਸ਼ਨਰ ਯਾਨੀ ਕਿ ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਟੀਕਾਕਰਨ ਦੇ ਮੁੱਦੇ ਤੇ ਪੂਰੀ ਪਾਰਦਰਸ਼ਤਾ ਵਰਤੀ ਜਾਵੇ, ਵੈਕਸੀਨਾਂ ਦੇ ਕਲੀਨਿਕਲ ਟ੍ਰਾਇਲਾਂ ਦਾ ਡੇਟਾ ਜਨਤਕ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਸਾਰੇ ਸ਼ੱਕ ਸੁਭਾਅ ਦੂਰ ਹੋ ਸਕਣ। ਕਰੋਨਾ ਦੇ ਟੀਕੇ ਨਾਲ ਹੀ ਜੁੜੀ ਅਗਲੀ ਖਬਰ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੁਸੀਂ ਕਰੋਨਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਆਪਣੇ WhatsApp ਤੇ ਹੀ ਹਾਸਲ ਕਰ ਸਕਦੇ ਹੋ। ਇਹਦੇ ਲਈ 3 ਸਟੈਪ ਨੇ ਜਿਹੜੇ ਉਹ ਪੂਰੇ ਕਰਨੇ ਹੋਣਗੇ। ਪਹਿਲਾਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੇ 90151515 ਇਹ ਨੰਬਰ ਸੇਵ ਕਰਨਾ ਹੈ। 9013151515 ਇਹ ਸੇਵ ਕਰਨਾ ਹੈ। ਫਿਰ WhatsApp ਚੈਟ ਖੋਲ ਕੇ ਕੋਵਿਡ ਸਰਟੀਫਿਕੇਟ ਟਾਈਪ ਕਰਕੇ ਮੈਸੇਜ ਭੇਜਣਾ ਹੈ। ਫਿਰ OTP ਆਊਗਾ, OTP ਹੈ ਜਿਹੜਾ ਉਹ ਤੁਸੀਂ ਭੇਜਣਾ ਹੈਗਾ। ਉਸ ਤੋਂ ਬਾਅਦ ਹੈ ਜਿਹੜਾ ਤੁਹਾਨੂੰ ਸਰਟੀਫਿਕੇਟ ਤੁਹਾਡੇ WhatsApp ਨੰਬਰ ਤੇ ਹੀ ਮਿਲ ਜਾਏਗਾ ਕਿ ਤੁਸੀਂ ਕੋਵਿਡ ਦੀ ਵੈਕਸੀਨ ਲਵਾਈ ਹੈ। ਹਰਿਆਣਾ ਤੋਂ ਖਬਰ ਹੈ ਜਿੱਥੇ ਸਰਕਾਰ ਨੇ ਨਾਈਟ ਕਰਫਿਊ ਹਟਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਤੀਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਨੂੰ ਵਧਾ ਜ਼ਰੂਰ ਦਿੱਤਾ ਹੈ। ਅਗਲੀ ਖਬਰ ਕੋਵਿਡ ਦੇ ਨਾਲ ਜੁੜੀ ਹੋਈ ਹੈ ਪਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ ਕੋਵਿਡ-19 ਨੇ ਮੁੜ ਤੋਂ ਹਮਲਾ ਕਰ ਦਿੱਤਾ ਹੈ। ਲੰਘੇ ਕੱਲ 1 ਲੱਖ ਦੇ ਕਰੀਬ ਨਵੇਂ ਕੇਸਾਂ ਦੀ ਅਮਰੀਕਾ ਦੇ ਵਿੱਚ ਪੁਸ਼ਟੀ ਹੋਈ ਹੈ। ਵੱਧ ਰਹੀ ਲਾਗ ਕਾਰਨ ਅਮਰੀਕਾ ਦੀ ਸਰਕਾਰ, ਸਿਹਤ ਵਿਭਾਗ ਤੇ ਆਮ ਲੋਕਾਂ ਦੇ ਵਿੱਚ ਥੋੜਾ ਡਰ ਦਾ ਮਾਹੌਲ ਬਣ ਗਿਆ। ਅਮਰੀਕਾ ਦੇ ਵਿੱਚ 50% ਟੀਕਾਕਰਨ ਦੇ 2 ਡੋਜ਼ ਅਤੇ 70% ਬਾਲਗਾਂ ਨੂੰ 1 ਡੋਜ਼ ਲੱਗ ਚੁੱਕੀ ਹੈ, ਪਰ ਫਿਰ ਵੀ ਕਰੋਨਾ ਇੱਥੇ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ। 올림픽ਸ ਦੇ ਵਿੱਚ ਹਾਕੀ ਜਿੱਤ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਬਦਲਿਆ ਹੈ, ਉਸ ਤੇ ਸਿਆਸਤ ਹੁਣ ਰੱਜ ਕੇ ਹੋ ਰਹੀ ਹੈ। ਕਾਂਗਰਸ ਨੇ ਜਿੱਥੇ ਮੋਦੀ ਸਰਕਾਰ ਦੀ ਨੀਅਤ ਦੇ ਸਵਾਲ ਚੁੱਕੇ ਨੇ, ਉੱਥੇ ਹੀ ਸ਼ਿਵ ਸੈਨਾ ਨੇ ਵੀ ਮੋਦੀ ਦੀ ਨੀਅਤ ਦੇ ਉੱਤੇ ਸਵਾਲ ਚੁੱਕੇ ਨੇ। ਇੱਕ ਪਾਸੇ ਜਦੋਂ ਦੇਸ਼ ਟੋਕੀਓ 올림픽ਸ ਦੇ ਵਿੱਚ ਆਪਣੇ ਸੁਨਹਿਰੀ ਪ੍ਰਦਰਸ਼ਨ ਦਾ ਜਸ਼ਨ ਮਨਾ ਰਿਹਾ ਹੈ, ਕੇਂਦਰ ਸਰਕਾਰ ਨੇ ਇਸੇ ਦੌਰਾਨ ਇੱਕ ਸਿਆਸੀ ਖੇਡ ਖੇਡੀ ਹੈ। ਇਸ ਨਾਲ ਦੇਸ਼ ਦੇ ਬਹੁਤ ਸਾਰੇ ਲੋਕਾਂ ਦਾ ਮਨ ਦੁਖੀ ਹੋਇਆ। ਇਹ ਕਹਿਣਾ ਹੈ ਸ਼ਿਵ ਸੈਨਾ ਦਾ ਤੇ ਸ਼ਿਵ ਸੈਨਾ ਨੇ ਆਪਣੇ ਪ੍ਰਮੁੱਖ ਪੱਤਰ ਸਾਹਮਣਾ ਦੇ ਵਿੱਚ ਇੱਕ ਲੇਖ ਪ੍ਰਕਾਸ਼ਿਤ ਕਰਕੇ ਇਹ ਲਿਖਿਆ ਹੈ। ਸ਼ਿਵ ਸੈਨਾ ਦੀ ਸਰਕਾਰ ਹੈ ਜਿਹੜੀ ਉਹ ਮਹਾਰਾਸ਼ਟਰ ਦੇ ਵਿੱਚ ਹੈ ਤੇ ਸ਼ਿਵ ਸੈਨਾ ਦੀ ਸਰਕਾਰ ਨੇ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਰਨ ਨੂੰ ਬੀਜੇਪੀ ਦੀ ਸਿਆਸੀ ਚਾਲ ਦੱਸਿਆ ਹੈ। ਸਾਹਮਣਾ ਨੇ ਆਪਣੇ ਸੰਪਾਦਕੀ ਦੇ ਵਿੱਚ ਲਿਖਿਆ ਕਿ ਮੇਜਰ ਧਿਆਨ ਚੰਦ ਦਾ ਸਨਮਾਨ ਰਾਜੀਵ ਗਾਂਧੀ ਦੀ ਸ਼ਹਾਦਤ ਦਾ ਨਿਰਾਦਰ ਕੀਤੇ ਬਿਨਾਂ ਵੀ ਕੀਤਾ ਜਾ ਸਕਦਾ ਸੀ। ਹਿੰਦੁਸਤਾਨ ਆਪਣੀ ਪਰੰਪਰਾ ਤੇ ਸੰਸਕ੍ਰਿਤੀ ਨੂੰ ਗੁਆ ਚੁੱਕਿਆ ਹੈ। ਸਾਹਮਣਾ ਨੇ ਆਪਣੇ ਸੰਪਾਦਕੀ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਵੀ ਨਿਸ਼ਾਨਾ ਲਾਇਆ। ਸ਼ਿਵ ਸੈਨਾ ਨੇ ਲਿਖਿਆ ਕਿ ਸਰਕਾਰ ਦਾ ਦਾਅਵਾ ਹੈ ਕਿ ਨਾਮ ਬਦਲਣ ਦਾ ਫੈਸਲਾ ਜਨਹਿਤ ਤਹਿਤ ਕੀਤਾ ਗਿਆ ਹੈ, ਪਰ ਇਸ ਨੂੰ ਲੈ ਕੇ ਤਾਂ ਕੋਈ ਝਗੜਾ ਹੀ ਨਹੀਂ ਹੈ ਕਿਉਂਕਿ ਕਾਂਗਰਸ ਵੀ ਇਹੀ ਕੁਝ ਕਰ ਰਹੀ ਸੀ। ਸ਼ਿਵ ਸੈਨਾ ਨੇ ਕਿਹਾ ਕਿ ਸਰਕਾਰਾਂ ਬਦਲੇ ਦੀ ਭਾਵਨਾ ਨਾਲ ਨਹੀਂ ਚੱਲਦੀਆਂ, ਇਹ ਵੀ ਇੱਕ ਜਨ ਭਾਵਨਾ ਹੈ ਜਿਸ ਨੂੰ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਪੁਰਸਕਾਰ ਦੀ ਨਾ ਬਦਲੀ ਤੇ ਸਵਾਲ ਚੁੱਕਦਿਆਂ ਸ਼ਿਵ ਸੈਨਾ ਨੇ ਲਿਖਿਆ ਕਿ ਬੀਜੇਪੀ ਦੇ ਸਿਆਸੀ ਖਿਡਾਰੀ ਕਹਿ ਰਹੇ ਨੇ ਕਿ ਰਾਜੀਵ ਗਾਂਧੀ ਨੇ ਕੀ ਕਦੇ ਆਪਣੇ ਹੱਥ ਵਿੱਚ ਹਾਕੀ ਚੁੱਕੀ ਸੀ। ਸਵਾਲ ਸਹੀ ਹੈ, ਪਰ ਅਹਿਮਦਾਬਾਦ ਵਿੱਚ ਸਰਦਾਰ ਪਟੇਲ ਸਟੇਡੀਅਮ ਦਾ ਨਾਮ ਬਦਲ ਕੇ ਜਦੋਂ ਨਰਿੰਦਰ ਮੋਦੀ ਕੀਤਾ ਗਿਆ ਤਾਂ ਕੀ ਨਰਿੰਦਰ ਮੋਦੀ ਨੇ ਕ੍ਰਿਕਟ ਦੇ ਵਿੱਚ ਕੋਈ ਕਮਾਲ ਦਿਖਾਇਆ? ਤੇ ਜਦੋਂ ਦਿੱਲੀ ਦੇ ਵਿੱਚ ਸਟੇਡੀਅਮ ਦਾ ਨਾਮ ਅਰੁਣ ਜੇਟਲੀ ਦੇ ਨਾਂ ਤੇ ਰੱਖਿਆ ਗਿਆ ਤਾਂ ਉੱਥੇ ਕੀ ਅਰੁਣ ਜੇਟਲੀ ਨੇ ਖੇਡ ਦੇ ਵਿੱਚ ਕੋਈ ਕਮਾਲ ਦਿਖਾਇਆ? ਲੋਕ ਇਹ ਸਵਾਲ ਪੁੱਛ ਰਹੇ ਨੇ। ਸਾਹਮਣਾ ਵਿੱਚ ਲਿਖਿਆ ਗਿਆ ਹੈ ਕਿ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਰੱਖਣਾ ਸਿਰਫ ਇੱਕ ਸਿਆਸੀ ਖੇਡ ਹੈ, ਜਨ ਭਾਵਨਾ ਨਹੀਂ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਧਰਤੀ ਦਾ ਤਾਪਮਾਨ 2 ਡਿਗਰੀ ਵੱਧ ਜਾਏਗਾ ਤੇ ਮਨੁੱਖ ਦਾ ਜਿਉਣਾ ਮੁਸ਼ਕਿਲ ਹੋ ਜਾਏਗਾ। ਇੱਕ ਵੱਡੀ ਖਬਰ ਹੈ। IPCC ਦੀ ਰਿਪੋਰਟ ਦੇ ਮੁਤਾਬਿਕ ਮੌਸਮੀ ਬਦਲਾਅ ਦੇ ਕਾਰਨ ਮੌਨਸੂਨ ਪ੍ਰਭਾਵਿਤ ਹੋਵੇਗਾ। ਗਲੋਬਲ ਵਾਰਮਿੰਗ ਤੋਂ ਆਉਣ ਵਾਲੇ ਖਤਰੇ ਦੀ ਯਾਦ ਦਿਵਾਉਂਦੇ ਹੋਏ ਜਲਵਾਯੂ ਪਰਿਵਰਤਨ ਦੇ ਬਾਰੇ ਅੰਤਰ ਸਰਕਾਰੀ ਪੈਨਲ ਯਾਨੀ ਕਿ IPCC ਨੇ ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਸਾਲ 2100 ਦੇ ਤੱਕ
ਉਦਯੋਗਿਕ ਸਮੇਂ ਤੋਂ ਪਹਿਲਾਂ ਦੇ ਮੁਕਾਬਲੇ ਧਰਤੀ ਦਾ ਔਸਤ ਤਾਪਮਾਨ 2% ਵੱਧ ਸਕਦਾ ਹੈ। ਇਸ ਨੂੰ ਰੋਕਣ ਲਈ ਵੱਡੇ ਪੱਧਰ ਤੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਤੁਰੰਤ ਘਟਾਉਣ ਦੀ ਲੋੜ ਹੈ, ਨਹੀਂ ਤਾਂ 2100 ਜਦੋਂ ਆਏਗਾ ਸਾਲ ਉਦੋਂ ਤੱਕ ਸ਼ਾਇਦ ਅਸੀਂ ਸਾਰੇ ਜਿਹੜੇ ਨਹੀਂ ਹੋਵਾਂਗੇ, ਬਹੁਤ ਸਾਰੇ ਲੋਕ ਸਾਡੇ ਚੋਂ ਨਹੀਂ ਹੋਣਗੇ, ਉਦੋਂ ਜਿਹੜਾ ਮਨੁੱਖ ਦਾ ਇਨਸਾਨ ਦਾ ਜਿਉਣਾ ਵੀ ਮੁਸ਼ਕਿਲ ਹੋ ਜਾਏਗਾ। ਰਿਪੋਰਟ ਦੇ ਮੁਤਾਬਿਕ ਮੌਸਮ ਨੂੰ ਗਰਮ ਕਰਨ ਵਾਲੀਆਂ ਗੈਸਾਂ ਦੇ ਨਿਰੰਤਰ ਨਿਕਾਸ ਦੇ ਨਾਲ ਸਿਰਫ ਇੱਕ ਦਹਾਕੇ ਵਿੱਚ ਤਾਪਮਾਨ ਇੱਕ ਅਹਿਮ ਪੱਧਰ ਤੋਂ ਉੱਪਰ ਜਾ ਸਕਦਾ ਹੈ। ਇਹ ਰਿਪੋਰਟ ਸੰਯੁਕਤ ਰਾਸ਼ਟਰ ਦੇ ਅੰਤਰ ਸਰਕਾਰੀ ਪੈਨਲ ਔਨ ਕਲਾਈਮੇਟ ਚੇਂਜ ਦੇ ਵੱਲੋਂ ਤਿਆਰ ਕੀਤੀ ਗਈ ਹੈ। ਇਹਦੇ ਵਿੱਚ 14,000 ਤੋਂ ਵੱਧ ਵਿਗਿਆਨਿਕ ਪੇਪਰਾਂ ਦਾ ਅਧਿਐਨ ਕੀਤਾ ਗਿਆ ਹੈ। ਇਸ ਰਿਪੋਰਟ ਦੇ ਕੁਝ ਤੱਥ ਨੇ ਕਿ 21ਵੀਂ ਸਦੀ ਦੌਰਾਨ ਗਰਮ ਹਵਾਵਾਂ ਤੇ ਹੁਮਸ ਵਧੇਰੇ ਤੇਜ਼ੀ ਨਾਲ ਤੇ ਲਗਾਤਾਰ ਹੋਵੇਗੀ। ਵਧੀ ਹੋਈ ਅੰਤਰ ਸਾਲਾਨਾ ਪਰਿਵਰਤਨ ਕਾਰਨ 21ਵੀਂ ਸਦੀ ਦੌਰਾਨ ਸਾਲਾਨਾ ਅਤੇ ਗਰਮੀਆਂ ਦਾ ਮੌਨਸੂਨ ਬਰਸਾਤਾਂ ਦੋਵਾਂ ਵਿੱਚ ਵਾਧਾ ਹੋਵੇਗਾ। ਮਨੁੱਖੀ ਜੀਵਨ ਨੂੰ ਬਚਾਉਣਾ ਮੁਸ਼ਕਿਲ ਹੋਵੇਗਾ। ਧਰਤੀ ਦਾ ਤਾਪਮਾਨ 1850 ਤੋਂ 1900 ਦੇ ਮੁਕਾਬਲੇ 2011-2020 ਦੇ ਦਹਾਕੇ ਵਿੱਚ 1.9 ਡਿਗਰੀ ਸੈਲਸੀਅਸ ਵੱਧ ਸੀ ਤੇ ਪਿਛਲੇ 5 ਸਾਲ 1850 ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਗਰਮੀ ਵਾਲੇ ਸਾਲ ਰਹੇ ਨੇ। ਪਿਛਲੇ ਕੁਝ ਸਮੇਂ ਵਿੱਚ ਸਮੁੰਦਰ ਦਾ ਪੱਧਰ ਵਧਣ ਦੀ ਰਫ਼ਤਾਰ 1901-1971 ਦੇ ਮੁਕਾਬਲੇ 3 ਗੁਣਾ ਵਧੀ ਹੈ। 1990 ਤੋਂ ਬਾਅਦ ਗਲੇਸ਼ੀਅਰ ਤੇ ਆਰਕਟਿਕ ਖੇਤਰ ਵਿੱਚ ਬਰਫ਼ ਪਿਘਲਣ ਅਤੇ ਘਟਣ ਲਈ ਮਨੁੱਖ ਵੱਡੇ ਪੱਧਰ ਤੇ ਜ਼ਿੰਮੇਦਾਰ ਹੈ। 1950 ਤੋਂ ਬਾਅਦ ਗਰਮੀ ਨਾਲ ਜੁੜੀਆਂ ਘਟਨਾਵਾਂ, ਜਿਹਦੇ ਵਿੱਚ ਗਰਮੀ ਦੀਆਂ ਲਹਿਰਾਂ ਸ਼ਾਮਿਲ ਨੇ, ਉਹਨਾਂ ਦੇ ਵਿੱਚ ਤੀਬਰਤਾ ਦੇ ਨਾਲ ਵਾਧਾ ਹੋਇਆ, ਯਾਨੀ ਕਿ ਤੇਜ਼ੀ ਨਾਲ ਵਾਧਾ ਹੋਇਆ। ਠੰਡ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਦੇ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਤੇ ਉਹ ਘੱਟ ਜਾਨਲੇਵਾ ਹੁੰਦੀਆਂ ਨੇ। ਜਿੰਨੀਆਂ ਗਰਮੀ ਦੀਆਂ ਘਟਨਾਵਾਂ ਜਾਨਲੇਵਾ ਹੁੰਦੀਆਂ ਨੇ, ਉਨੀਆਂ ਠੰਡ ਦੀਆਂ ਨਹੀਂ ਹੁੰਦੀਆਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਧੰਨਵਾਦ।